ਅੱਜ ਦਾ ਟੌਪਿਕ ਆਪਣਾ ਕੈਮੀਕਲ ਕਾਈਨੈਟਿਕਸ। ਦੇਖੋ ਵਰਡ ਜੋ ਕੈਮੀਕਲ ਕਾਈਨੈਟਿਕਸ ਹੈ ਉਸ ਤੋਂ ਆਪਾਂ ਨੂੰ ਕੀ ਪਤਾ ਚੱਲਦਾ ਹੈ। ਦੇਖੋ ਆਪਾਂ ਪਿਛਲੇ ਚੈਪਟਰ ਦੇ ਵਿੱਚ ਇਕੁਲਿਬਰੀਅਮ ਚੈਪਟਰ ਪੜ੍ਹ ਕੇ ਆਏ ਹਾਂ, ਹੈ ਨਾ। ਤਾਂ ਜੋ ਇਕੁਲਿਬਰੀਅਮ ਚੈਪਟਰ ਹੈ ਉਹ ਬੇਸਿਕਲੀ ਕਾਹਦੇ ਨਾਲ ਡੀਲ ਕਰਦਾ ਹੈ, ਐਕਸਟੈਂਟ ਆਫ ਰਿਐਕਸ਼ਨ। ਐਕਸਟੈਂਟ ਆਫ ਰਿਐਕਸ਼ਨ ਕਿ ਰਿਐਕਸ਼ਨ ਤੁਹਾਡੀ ਫਾਰਵਰਡ ਜਾਏਗੀ ਜਾਂ ਰਿਐਕਸ਼ਨ ਤੁਹਾਡੀ ਬੈਕਵਰਡ ਜਾਏਗੀ, ਮਤਲਬ ਉਸਦਾ ਕਿੰਨਾ ਐਕਸਟੈਂਟ ਫਾਰਵਰਡ ਨੂੰ ਜਾ ਰਿਹਾ ਹੈ ਜਾਂ ਕਿੰਨਾ ਐਕਸਟੈਂਟ ਥੋੜਾ ਬੈਕਵਰਡ ਨੂੰ ਜਾ ਰਿਹਾ ਹੈ। ਠੀਕ ਹੈ। ਉਸ ਤੋਂ ਪਹਿਲਾਂ ਆਪਾਂ ਪੜਿਆ ਸੀ ਥਰਮੋਡਾਇਨਮਿਕਸ। ਥਰਮੋਡਾਇਨਮਿਕਸ ਆਪਾਂ ਨੂੰ ਕੀ ਚੀਜ਼ ਦੱਸਦੀ ਹੈ ਨਾ, ਅਬਾਊਟ ਦ ਫਿਜ਼ੀਬਿਲਿਟੀ ਆਫ ਐਨੀ ਰਿਐਕਸ਼ਨ, ਕਿ ਰਿਐਕਸ਼ਨ ਪੋਸੀਬਲ ਹੈ ਵੀ ਜਾਂ ਨਹੀਂ। ਮਤਲਬ ਰਿਐਕਟੈਂਟ ਤੋਂ ਪ੍ਰੋਡਕਟ ਸਾਈਡ ਤੁਹਾਡੀ ਰਿਐਕਸ਼ਨ ਜਾ ਵੀ ਸਕਦੀ ਹੈ ਜਾਂ ਨਹੀਂ ਜਾ ਸਕਦੀ, ਜਿਸ ਦੀ ਜੋ ਆਪਾਂ ਵੈਲਿਊ ਸੀ ਉਹ ਗਿਬਸ ਫ੍ਰੀ એનર્ਜੀ ਤੋਂ ਚੈੱਕ ਕੀਤੀ ਸੀ, ਡੈਲਟਾ ਜੀ ਤੋਂ, that should come out to be negative, ਹੈ ਨਾ। ਹੁਣ ਜੋ ਆਪਣਾ ਨਵਾਂ ਯੂਨਿਟ ਹੈ ਕੈਮੀਕਲ ਕਾਈਨੈਟਿਕਸ, ਇਹਦੇ ਵਿੱਚ ਦੇਖੋ ਆਪਾਂ ਕੀ ਕਰਨਾ ਹੈ। ਇਹਦੇ ਵਿੱਚ ਆਪਾਂ ਸਟੱਡੀ ਕਰਾਂਗੇ ਅਬਾਊਟ ਦਾ ਰੇਟ ਆਫ ਕੈਮੀਕਲ ਰਿਐਕਸ਼ਨ, ਅਬਾਊਟ ਦਾ ਰੇਟ ਆਫ ਕੈਮੀਕਲ ਰਿਐਕਸ਼ਨ। दैट मीन्स ਜੋ ਵੀ ਤੁਹਾਡੀ ਕੈਮੀਕਲ ਰਿਐਕਸ਼ਨ ਹੋ ਰਹੀ ਹੈ, ਮਤਲਬ ਜੋ ਤੁਹਾਡੇ ਰਿਐਕਟੈਂਟ ਤੋਂ ਪ੍ਰੋਡਕਟ ਦੀ ਫਾਰਮੇਸ਼ਨ ਹੋ ਰਹੀ ਹੈ, ਉਹ ਕਿੰਨੇ ਟਾਈਮ ਦੇ ਵਿੱਚ ਹੋ ਰਹੀ ਹੈ, ਉਸ ਦੀ ਜੋ ਸਟੱਡੀ ਹੈ ਉਹ ਸਾਰੀ ਜਿੰਨੀ ਵੀ ਸਟੱਡੀ ਹੋਏਗੀ ਰੇਟ ਦੀ, ਕਿ ਕੋਈ ਰਿਐਕਸ਼ਨ ਕਿੰਨੇ ਟਾਈਮ ਦੇ ਵਿੱਚ ਕੰਪਲੀਟ ਹੁੰਦੀ ਹੈ, ਉਸ ਸਾਰੀ ਸਟੱਡੀ ਨੂੰ ਆਪਾਂ ਬੋਲਦੇ ਹਾਂ ਕੈਮੀਕਲ ਰਿਐਕਸ਼ਨ। ਮੈਂ ਤੁਹਾਨੂੰ ਕੀ ਦੱਸਿਆ ਹੈ, ਥਰਮੋਡਾਇਨਾਮਿਕਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜੋ ਤੁਹਾਡੀ ਰਿਐਕਸ਼ਨ ਹੈ ਉਹ ਵੈਦਰ ਪੋਸੀਬਲ ਹੈ ਜਾਂ ਨਹੀਂ। ਰਿਐਕਟੈਂਟ ਤੋਂ ਪ੍ਰੋਡਕਟ ਜਾਂ ਪ੍ਰੋਡਕਟ ਤੋਂ ਰਿਐਕਟੈਂਟ ਤੁਹਾਡਾ ਸਪੌਂਟੇਨੀਅਸ ਰਿਐਕਸ਼ਨ ਹੈ ਜਾਂ ਨਾਨ ਸਪੌਂਟੇਨੀਅਸ ਰਿਐਕਸ਼ਨ ਹੈ, ਮਤਲਬ ਉਹ ਤੁਹਾਨੂੰ ਰਿਐਕਸ਼ਨ ਦੀ ਫਿਜ਼ੀਬਿਲਿਟੀ ਬਾਰੇ ਦੱਸਦੀ ਹੈ। ਇਕੁਇਲਿਬਰੀਅਮ ਤੁਹਾਨੂੰ ਐਕਸਟੈਂਟ ਆਫ ਰਿਐਕਸ਼ਨ ਬਾਰੇ ਦੱਸਦੀ ਹੈ ਕਿ ਕਿੰਨੀ ਕੁ ਰਿਐਕਸ਼ਨ ਤੁਹਾਡੀ ਫਾਰਵਰਡ ਪ੍ਰੋਸੀਡ ਕਰਦੀ ਹੈ ਤੇ ਕਿੰਨਾ ਰਿਐਕਸ਼ਨ ਤੁਹਾਡਾ ਬੈਕਵਰਡ ਜਾ ਸਕਦਾ ਹੈ। ठीक है। केमिकल काइनेटिक्स काहदे नाल डील करदी है कि कोई रिएक्शन अगर मान लो हो रही है ਤਾਂ ਉਹ ਕਿੰਨੇ ਟਾਈਮ ਦੇ ਵਿੱਚ ਕੰਪਲੀਟ ਹੋਏਗੀ, ਤਾਂ ਉਹ ਸਾਰਾ ਦਾ ਸਾਰਾ ਜੋ ਆਪਣਾ ਸਟੱਡੀ ਹੈ ਉਹ ਕੈਮੀਕਲ ਕਾਈਨੈਟਿਕਸ ਦੇ ਅੰਡਰ ਆਉਂਦਾ ਹੈ, ਜਿਸ ਨੂੰ ਆਪਾਂ ਬੋਲਦੇ ਹਾਂ ਰੇਟ ਆਫ ਕੈਮੀਕਲ ਰਿਐਕਸ਼ਨ। ਰਿਐਕਟੈਂਟ ਤੋਂ ਜੋ ਪ੍ਰੋਡਕਟ ਦੀ ਫਾਰਮੇਸ਼ਨ ਕਿੰਨੇ ਟਾਈਮ ਹੁੰਦੀ ਹੈ, ਉਹ ਆਪਣੀ ਤੁਹਾਡੀ ਕੈਮੀਕਲ ਕਾਈਨੈਟਿਕਸ। ਠੀਕ ਹੈ। ਤਾਂ ਇਸ ਯੂਨਿਟ ਦੇ ਵਿੱਚ ਆਪਾਂ ਟੋਟਲੀ ਸਟਾਰਟਿੰਗ ਤੋਂ ਲੈ ਕੇ ਇਹ ਚੀਜ਼ ਪੜਾਂਗੇ ਕਿਹੜੇ ਕਿਹੜੇ ਫੈਕਟਰਸ ਤੁਹਾਡੇ ਰੇਟ ਰਿਐਕਸ਼ਨਸ ਨੂੰ ਇਫੈਕਟ। ਦੇਖੋ ਜੋ ਵੀ ਤੁਹਾਡੀਆਂ ਕੈਮੀਕਲ ਰਿਐਕਸ਼ਨ ਹੁੰਦੀਆਂ ਨੇ ਉਹਨਾਂ ਨੂੰ ਨਾ ਆਪਾਂ ਤਿੰਨ ਭਾਗ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲਾ ਭਾਗ ਹੈ, ਮਤਲਬ ਪਹਿਲਾ ਪਾਰਟ ਹੈ ਫਾਸਟ ਰਿਐਕਸ਼ਨ, ਸੈਕਿੰਡ ਪਾਰਟ ਹੈ ਤੁਹਾਡਾ ਮੋਡਰੇਟ ਰਿਐਕਸ਼ਨ, ਐਂਡ ਜੋ ਐਂਡ ਵਾਲਾ ਪਾਰਟ ਹੈ ਉਹ ਹੁੰਦਾ ਤੁਹਾਡਾ ਸਲੋ ਰਿਐਕਸ਼ਨ, ਹੈ ਨਾ। ਕੀ ਤੁਸੀਂ ਦੱਸ ਸਕਦੇ ਹੋ ਕੈਮੀਕਲ ਕਾਈਨੈਟਿਕਸ ਦੇ ਵਿੱਚ ਆਪਾਂ ਤਿੰਨਾਂ ਵਿੱਚੋਂ ਮੇਨਲੀ ਕਿਹੜੀ ਰਿਐਕਸ਼ਨ ਨੂੰ ਫੋਲੋ ਕਰਦੇ ਹਾਂ, ਜਾਂ ਤਿੰਨੇ ਕਰਦੇ ਹਾਂ, ਜਾਂ ਇਹਨਾਂ ਵਿੱਚੋਂ ਕਿਹੜੀ ਰਿਐਕਸ਼ਨ ਨੂੰ ਆਪਾਂ ਕੈਮੀਕਲ ਕਾਈਨੈਟਿਕਸ ਨੂੰ ਅੰਡਰ ਸਟੱਡੀ ਕਰਦੇ ਹਾਂ? ਕੋਈ ਓਪੀਨੀਅਨ? ਯੈਸ, ਮੋਡਰੇਟ। ਠੀਕ ਹੈ, ਆਪਾਂ ਇਹਨਾਂ ਵਿੱਚ ਜਨਰਲੀ ਮੋਡਰੇਟ ਰਿਐਕਸ਼ਨਸ ਨੂੰ ਸਟੱਡੀ ਕਰਦੇ ਹਾਂ। ਫਾਸਟ ਜਾਂ ਸਲੋ ਰਿਐਕਸ਼ਨਸ ਨੂੰ ਆਪਾਂ ਕੈਮੀਕਲ ਕਾਈਨੈਟਿਕਸ ਦੇ ਅੰਡਰ ਸਟੱਡੀ ਨਹੀਂ ਕਰਦੇ। ਰੀਜ਼ਨ ਕੀ ਹੈ ਧਿਆਨ ਨਾਲ ਸਮਝਣਾ, ਕਿ ਫਾਸਟ ਰਿਐਕਸ਼ਨ ਹੁੰਦੀਆਂ ਨੇ ਇੰਨੀਆਂ ਜ਼ਿਆਦਾ ਫਾਸਟ ਹੋ ਜਾਂਦੀਆਂ ਨੇ ਕਿ ਰਿਐਕਟੈਂਟ ਤੋਂ ਪ੍ਰੋਡਕਟ ਦੀ ਫਾਰਮੇਸ਼ਨ ਵਿਦਿਨ ਅ ਫਿਊ ਸੈਕਿੰਡਸ ਹੋ ਜਾਂਦੀ ਹੈ। ਤਾਂ ਰਿਐਕਸ਼ਨ ਨੂੰ ਤੁਹਾਡੇ ਕੋਲ ਐਨਾਲਾਈਜ਼ ਕਰਨ ਦਾ, ਠੀਕ ਹੈ, ਓਬਜ਼ਰਵ ਕਰਨ ਦਾ ਪ੍ਰੋਪਰ ਟਾਈਮ ਹੀ ਨਹੀਂ ਹੁੰਦਾ, ਨੋ ਪ੍ਰੋਪਰ ਟਾਈਮ, ਜਿਸ ਕਰਕੇ ਤੁਸੀਂ ਉਸਦੀ ਸਟੱਡੀ ਨਹੀਂ ਕਰ ਪਾਦੇ। ਔਨ ਦਾ ਅਦਰ ਹੈਂਡ ਜੋ ਤੁਹਾਡੀ ਸਲੋ ਰਿਐਕਸ਼ਨ ਹੁੰਦੀਆਂ ਨੇ ਉਹ ਇੰਨੀਆਂ ਕਿ ਸਲੋ ਹੁੰਦੀਆਂ ਨੇ, ਠੀਕ ਹੈ, ਉਹ ਕੰਪਲੀਟ ਹੀ ਨਹੀਂ ਹੋ ਪਾਉਂਦੀਆਂ ਗਿਵਨ ਟਾਈਮ ਦੇ, ਕਾਂਟ ਗੈਟ ਕੰਪਲੀਟ ਇਨ ਗਿਵਨ ਟਾਈਮ। ਤਾਂ ਅਗਰ ਉਹ ਹੁਣ ਕੰਪਲੀਟ ਹੀ ਨਹੀਂ ਹੋਣਗੀਆਂ ਤਾਂ ਤੁਸੀਂ ਉਸ ਦੀ ਸਟੱਡੀ ਕਿੱਦਾਂ ਦੱਸੋਗੇ ਕਿ ਇਹ ਰਿਐਕਸ਼ਨ ਕਿੰਨੇ ਟਾਈਮ 'ਚ ਕੰਪਲੀਟ ਹੋ ਰਹੀ ਹੈ। ਤਾਂ ਆਪਾਂ ਇਹਦੇ ਵਿੱਚ ਇਨ ਬਿਟਵੀਨ ਰਿਐਕਸ਼ਨ ਸਟੱਡੀ ਕਰਦੇ ਹਾਂ, ਜੋ ਨਾ ਹੀ ਬਹੁਤੀਆਂ ਫਾਸਟ ਹੋਣ ਤੇ ਨਾ ਹੀ ਬਹੁਤੀਆਂ ਸਲੋ ਹੋਣ, ਜਿਨ੍ਹਾਂ ਦੀ ਸਟੱਡੀ ਆਪਾਂ ਈਜ਼ੀਲੀ ਉਹਨਾਂ ਨੂੰ ਐਨਾਲਾਈਜ਼ ਵੀ ਕਰ ਸਕੀਏ ਤੇ ਉਹਨਾਂ ਨੂੰ ਓਬਜ਼ਰਵ ਵੀ ਕਰ ਸਕੀਏ। ਤਾਂ ਕਰਕੇ ਆਪਾਂ ਮੋਡਰੇਟ ਰਿਐਕਸ਼ਨਸ ਨੂੰ केमिकल काइनेटिक्स के अंडर जनरली स्टडी करते। पॉइंट क्लियर है तो तक? ਨੈਕਸਟ ਦੇਖੋ ਉਹੀ ਚੀਜ਼ ਹੈ ਕਿ ਕੈਮੀਕਲ ਕਾਈਨੈਟਿਕਸ ਕੀ ਹੁੰਦੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕੈਮੀਕਲ ਕਾਈਨੈਟਿਕਸ ਦੇ ਵਿੱਚ ਮੇਨਲੀ ਆਪਾਂ ਕਾਹਦੀ ਸਟੱਡੀ ਕਰਦੇ ਹਾਂ, ਰੇਟਸ ਆਫ ਕੈਮੀਕਲ ਰਿਐਕਸ਼ਨ। ਦੇਖੋ ਜਦੋਂ ਵੀ ਤੁਹਾਨੂੰ ਵਰਡ ਰੇਟ ਮਿਲ ਜੇ ਤਾਂ ਇਹਦਾ ਮਤਲਬ ਹੁੰਦਾ ਹੈ ਵਿਦ ਰਿਸਪੈਕਟ ਟੂ ਟਾਈਮ। ਵਿਦ ਰਿਸਪੈਕਟ ਟੂ ਟਾਈਮ ਦੀ ਗੱਲ ਕਰ ਰਹੇ ਨੇ ਕਿ ਟਾਈਮ ਦੇ ਰਿਸਪੈਕਟ ਦੇ ਨਾਲ ਜੋ ਤੁਹਾਡੀ ਕੈਮੀਕਲ ਰਿਐਕਸ਼ਨ ਦੇ ਵਿੱਚ ਕੀ ਚੇਂਜਸ ਆ ਰਹੇ ਨੇ ਤੇ ਕਦੋਂ ਰਿਐਕਸ਼ਨ ਤੁਹਾਡੀ ਕੰਪਲੀਟ ਹੋਏਗੀ, ਤਾਂ ਉਹ ਜੋ ਵੀ ਆਪਾਂ ਇਹਦੇ ਵਿੱਚ ਡੀਲ ਕਰਾਂਗੇ।
ਦੂਸਰੀ ਚੀਜ਼ ਜੋ ਆਪਾਂ ਕੈਮੀਕਲ ਕਿਨੈਟਿਕਸ ਆਪਾਂ ਸਟੱਡੀ ਕਰਦੇ ਹਾਂ ਉਹ ਹੈ ਤੁਹਾਡੇ ਫੈਕਟਰਸ ਜਿਹੜੀ ਤੁਹਾਡੀ ਰਿਐਕਸ਼ਨਸ ਦੇ ਰੇਟ ਨੂੰ ਅਫੈਕਟ ਕਰ ਸਕਦੇ ਨੇ। ਕਿਹੜੇ ਕਿਹੜੇ ਫੈਕਟਰ, ਜਿਵੇਂ ਤੁਹਾਡਾ ਟੈਂਪਰੇਚਰ ਹੋ ਗਿਆ ਜਾਂ ਕੋਈ ਕੈਟਲਿਸਟ ਹੋ ਗਿਆ ਹਨਾ, ਪ੍ਰੈਸ਼ਰ ਹੋ ਗਿਆ, ਕੋਈ ਸਰਫੇਸ ਏਰੀਆ ਹੋ ਗਿਆ, ਜਾਂ ਤੁਹਾਡਾ ਰਿਐਕਟੈਂਟ ਕਿੱਦਾਂ ਦਾ ਹੈ, ਠੀਕ ਹੈ, ਉਸ ਤੇ ਵੀ ਤੁਹਾਡੀ ਜੋ ਰਿਐਕਸ਼ਨ ਦੀ ਜੋ ਰੇਟ ਹੈ ਉਹ ਕਾਫੀ ਸਾਰੇ ਫੈਕਟਰਸ ਤੇ ਡਿਪੈਂਡ ਕਰਦੀ ਹੈ। ਤਾਂ ਆਪਾਂ ਉਹ ਵਾਲੇ ਫੈਕਟਰਸ ਇਹਦੇ ਵਿੱਚ ਸਟੱਡੀ ਕਰ। ਨੈਕਸਟ ਹੁਣ ਦੇਖੋ ਜੋ ਆਪਾਂ ਬਾਰ-ਬਾਰ ਵਰਡ ਬੋਲਦੇ ਹਾਂ ਰਿਐਕਸ਼ਨ ਰੇਟ ਹੈ ਨਾ, ਉਹਦਾ ਮਤਲਬ ਕੀ ਹੁੰਦਾ ਹੈ, ਰੇਟ ਆਫ ਕੈਮੀਕਲ ਰਿਐਕਸ਼ਨ ਦਾ ਮਤਲਬ ਕੀ ਹੈ। ਤਾਂ ਦੇਖੋ ਮੇਨਲੀ ਆਪਾਂ ਜੋ ਵੀ ਰਿਐਕਟੈਂਟ ਲੈਂਦੇ ਹਾਂ ਉਹਦੀ ਆਪਾਂ ਕੰਸਨਟ੍ਰੇਸ਼ਨ ਲੈਂਦੇ ਹਾਂ, ਕੁਝ ਅਮਾਉਂਟ ਲੈਂਦੇ ਹਾਂ ਹਨਾ, ਤਾਂ ਉਸ ਅਮਾਉਂਟ ਵਿੱਚ ਕੀ ਚੇਂਜਸ ਆ ਰਿਹਾ ਹੈ ਉਹਨੂੰ ਆਪਾਂ ਬੋਲਦੇ ਹਾਂ ਵਿਦ ਟਾਈਮ, ਉਹਨੂੰ ਆਪਾਂ ਬੋਲਦੇ ਹਾਂ ਰੇਟ ਆਫ ਕੈਮੀਕਲ ਰਿਐਕਸ਼ਨ। ਰੇਟ ਆਫ ਰਿਐਕਸ਼ਨ ਦਾ ਮਤਲਬ ਚੇਂਜ ਇਨ ਕੰਸਨਟ੍ਰੇਸ਼ਨ ਵਿਦ ਟਾਈਮ। ਟਾਈਮ ਦੇ ਨਾਲ ਜੋ ਤੁਹਾਡਾ ਰਿਐਕਟੈਂਟ ਦਾ ਕੰਸਨਟ੍ਰੇਸ਼ਨ ਹੈ ਜਾਂ ਜੋ ਤੁਹਾਡਾ ਪ੍ਰੋਡਕਟ ਦਾ ਕੰਸਨਟ੍ਰੇਸ਼ਨ ਹੈ ਉਹਦੇ ਵਿੱਚ ਕੀ ਚੇਂਜਸ ਆਉਂਦੇ ਨੇ ਉਹਨੂੰ ਆਪਾਂ ਬੋਲਦੇ ਹਾਂ ਰੇਟ ਆਫ ਕੈਮੀਕਲ ਰਿਐਕਸ਼ਨ। ਜਨਰਲੀ ਜੋ ਤੁਹਾਡੀ ਚੇਂਜ ਹੈ ਹਨਾ, ਤੁਹਾਡੇ ਜੋ ਕੰਸਨਟ੍ਰੇਸ਼ਨ ਹੈ ਉਹਨੂੰ ਕੰਸਨਟ੍ਰੇਸ਼ਨ ਕਾਹਦੇ ਵਿੱਚ ਹੁੰਦੀ ਹੈ, ਤੁਹਾਡੀ ਮੋਲ ਪਰ ਲੀਟਰ, ਤੇ ਟਾਈਮ ਦੀ ਐਸਆਈ ਯੂਨਿਟ ਕੀ ਹੁੰਦੀ ਹੈ, ਸੈਕਿੰਡ। ਤਾਂ ਤੁਹਾਡੀ ਜੋ ਰੇਟ ਆਫ ਰਿਐਕਸ਼ਨ ਹੈ ਉਹਦੀ ਯੂਨਿਟ ਕੀ ਬਣ ਗਈ, ਮੋਲ ਪਰ ਲੀਟਰ ਪਰ ਸੈਕਿੰਡ। ਠੀਕ ਹੈ, ਤਾਂ ਇਹ ਬਹੁਤ ਇੰਪੋਰਟੈਂਟ ਪੁਆਇੰਟ ਆ ਕਿ यूनिट ऑफ रेट ऑफ रिएक्शन की होंगे थोड़ी मोल पर लीटर पर सेकंड। पॉइंट क्लियर है। रेट ऑफ रिएक्शन मतलब चेंज इन कंसंट्रेशन विद रिस्पेक्ट टू टाइम। फॉर एग्जांपल मान लो स्टार्टिंग पे थोड़े मोल ਸੀਗੇ 10, ठीक है, विद टाइम थोड़े मोल्स ਤੁਹਾਨੂੰ ਪਤਾ ਹੈ ਰਿਐਕਟੈਂਟ ਕਾਦੇ ਵਿੱਚ ਕਨਵਰਟ ਹੋ ਜਾਏਗਾ, ਪ੍ਰੋਡਕਟ ਦੇ ਵਿੱਚ ਹੈ ਨਾ। ਮੰਨ ਲਓ ਆਫਟਰ ਟਾਈਮ 10 ਸੈਕਿੰਡ ਤੋਂ ਬਾਅਦ, ਠੀਕ ਹੈ, 10 ਦੇ ਵਿੱਚੋਂ 5 ਮੋਲ ਰਹਿ ਗਏ, ਇਹਦਾ ਮਤਲਬ ਕੀ ਹੈ 5 ਮੋਲ ਕੀ ਬਣ ਗਏ, ਤੁਹਾਡੇ ਪ੍ਰੋਡਕਟ ਦੀ ਫਾਰਮੇਸ਼ਨ ਹੋ ਗਈ ਹੈ ਨਾ। ਤਾਂ ਚੇਂਜ ਕਿੰਨਾ ਆਇਆ ਕੰਸਨਟ੍ਰੇਸ਼ਨ ਦੇ ਵਿੱਚ, 10 ਤੋਂ 5 ਤੱਕ, ਮਤਲਬ ਫਾਈਨਲ ਕਿੰਨਾ ਸੀ 5, ਇਨੀਸ਼ੀਅਲ ਕਿੰਨਾ ਸੀ 10, ਡਿਵਾਈਡਡ ਬਾਈ ਟਾਈਮ ਕਿੰਨਾ ਚੇਂਜ ਆਇਆ, ਸਟਾਰਟਿੰਗ ਦੇ ਵਿੱਚ 10 ਸੀ, ਫਾਈਨਲ ਕਿੰਨਾ 10 ਸੈਕਿੰਡ ਬਾਅਦ ਕਿੰਨਾ ਹੋ ਗਿਆ 5, ਤਾਂ ਚੇਂਜ ਕਿੰਨਾ ਆ ਗਿਆ, ਫਾਈਨਲ ਮਾਈਨਸ ਇਨੀਸ਼ੀਅਲ ਟਾਈਮ, ਹੈ ਨਾ। ਤਾਂ ਜੋ ਤੁਹਾਡੀ ਚੇਂਜ ਇਨ ਕੰਸਨਟ੍ਰੇਸ਼ਨ ਕਿੰਨੀ ਆਏਗੀ, ਇਹਨੂੰ ਸੋਲਵ ਕਰ ਲਓ, ਕਿੰਨਾ ਆंसर ਆ ਜਾਏਗਾ -5/10। ਤਾਂ ਆंसर ਕਿੰਨਾ ਆ ਜਾਏਗਾ -1/2। ਤਾਂ ਇੱਥੇ ਦੇਖੋ ਜੋ ਵਰਡ ਥੋੜਾ ਇੱਕ ਮਾਈਨਸ ਵਰਡ ਆ ਰਿਹਾ ਹੈ, ਵੈਸੇ ਆਪਾਂ ਅੱਗੇ ਵੀ ਸਿੱਖਾਂਗੇ। ਤਾਂ ਮਾਈਨਸ ਦਾ ਇੱਥੇ ਮਤਲਬ ਕੀ ਹੈ ਕਿ ਜੋ ਤੁਹਾਡਾ ਰਿਐਕਟੈਂਟ ਹੈ ਉਹ ਡਿਕਰੀਜ਼ ਕਰ ਰਿਹਾ ਹੈ। ਆਪਾਂ ਨੂੰ ਪਤਾ ਹੈ ਨਾ, ਜਿਵੇਂ ਜਿਵੇਂ ਰਿਐਕਸ਼ਨ ਜਾਏਗੀ ਰਿਐਕਟੈਂਟ ਤੋਂ ਪ੍ਰੋਡਕਟ ਬਣਨਗੇ, ਅਗਰ ਰਿਐਕਟੈਂਟ ਘਟੇਗਾ ਤਾਂ ਹੀ ਤਾਂ ਪ੍ਰੋਡਕਟ ਫਾਰਮ ਹੋਏਗਾ ਨਾ। ਤਾਂ ਜੋ ਇੱਥੇ ਮਾਈਨਸ ਆ ਰਿਹਾ ਹੈ ਅੱਗੇ ਰੇਟ ਦੇ ਅੱਗੇ, ਉਹ ਕੀ ਚੀਜ਼ ਡਿਟਰਮਾਈਨ ਕਰ ਰਿਹਾ ਹੈ ਤੁਹਾਡਾ, ਕਿ ਜੋ ਤੁਹਾਡਾ ਰਿਐਕਟੈਂਟ ਹੈ ਉਹ ਟਾਈਮ ਦੇ ਨਾਲ ਡਿਕਰੀਜ਼ ਕਰ ਰਿਹਾ ਹੈ। ਠੀਕ ਹੈ, ਜਿਵੇਂ ਇੱਕ ਸਿੰਪਲ ਰਿਐਕਸ਼ਨ ਸ਼ੋ ਕੀਤੀ ਹੈ ਕਿ ਮੰਨ ਲਓ ਤੁਹਾਡਾ A ਹੈ, A ਤੁਹਾਡਾ ਰਿਐਕਟੈਂਟ ਹੈ, ਰਿਐਕਟੈਂਟ ਤੋਂ ਤੁਹਾਡਾ ਪ੍ਰੋਡਕਟ ਦੀ ਫਾਰਮੇਸ਼ਨ ਹੋ ਰਹੀ ਹੈ, ਪ੍ਰੋਡਕਟ ਨੂੰ ਸੇ B ਲੈ ਲਓ, ਹੈ ਨਾ। ਤਾਂ ਤੁਸੀਂ ਰੇਟ ਨੂੰ ਕਿੱਦਾਂ ਐਕਸਪ੍ਰੈਸ ਕਰੋਗੇ, ਤਾਂ ਰੇਟ ਨੂੰ ਤੁਸੀਂ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਦੀ ਟਰਮਸ ਦੇ ਨਾਲ ਵੀ ਐਕਸਪ੍ਰੈਸ ਕਰ ਸਕਦੇ ਹੋ, ਪ੍ਰੋਡਕਟ ਦੇ ਕੰਸਨਟ੍ਰੇਸ਼ਨ ਦੀ ਟਰਮਸ ਦੇ ਵਿੱਚ ਵੀ ਐਕਸਪ੍ਰੈਸ ਕਰ ਸਕਦੇ ਹੋ। ਧਿਆਨ ਰੱਖਣਾ ਬਸ ਇੱਕ ਗੱਲ ਹੈ, ਰੇਟ ਕੀ ਹੁੰਦਾ ਹੈ ਤੁਹਾਡਾ ਚੇਂਜ ਇਨ ਕੰਸਨਟ੍ਰੇਸ਼ਨ ਅਪੋਨ ਟਾਈਮ। ਅਗਰ ਤੁਸੀਂ ਰਿਐਕਟੈਂਟ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਪਤਾ ਹੈ ਰਿਐਕਟੈਂਟ ਦੀ ਰੇਟ ਕੀ ਹੈ, ਟਾਈਮ ਦੇ ਨਾਲ ਡਿਕਰੀਜ਼ ਕਰਦੀ ਹੈ, ਘਟਦੀ ਹੈ ਨਾ। ਤਾਂ ਕਰਕੇ ਤੁਸੀਂ ਇੱਕ ਨੈਗੇਟਿਵ ਸਾਈਨ ਉੱਥੇ ਕੀ ਕਰਦੇ ਹੋ, ਇਨਕਲੂਡ ਕਰਦੇ ਹੋ। ਜਦ ਕਿ ਅਗਰ ਤੁਸੀਂ ਪ੍ਰੋਡਕਟ ਦੀ ਰਿਸਪੈਕਟ ਦੇ ਨਾਲ, ਅਗਰ ਤੁਸੀਂ ਪ੍ਰੋਡਕਟ ਦੇ ਰਿਸਪੈਕਟ ਦੇ ਨਾਲ ਰੇਟ ਨੂੰ ਡਿਫਾਈਨ ਕਰ ਰਹੇ ਹੋ, ਪ੍ਰੋਡਕਟ ਤੁਹਾਡਾ ਟਾਈਮ ਦੇ ਨਾਲ ਇਨਕਰੀਜ਼ ਕਰਦਾ ਹੈ, ਤਾਂ ਤੁਸੀਂ ਇੱਥੇ ਪੋਜ਼ਿਟਿਵ ਸਾਈਨ ਇਨਕਲੂਡ ਕਰਦੇ ਹੋ। ਜੋ ਇੱਥੇ ਡੈਲਟਾ ਹੈ ਉਹ ਕੀ ਰਿਪਰੈਜ਼ੈਂਟ ਕਰ ਰਿਹਾ ਹੈ, ਚੇਂਜ, ਕਿ ਕਿੰਨਾ ਚੇਂਜ ਆ ਰਿਹਾ ਹੈ ਤੁਹਾਡੇ ਕੰਸਨਟ੍ਰੇਸ਼ਨ ਦੇ ਵਿੱਚ, ਚਾਹੇ ਤੁਹਾਡਾ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਹੈ ਚਾਹੇ ਤੁਹਾਡੀ ਪ੍ਰੋਡਕਟ ਦੀ ਕੰਸਨਟ੍ਰੇਸ਼ਨ ਹੈ। ਅਗਰ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਹੈ ਤਾਂ ਉਸ ਦੇ ਅੱਗੇ ਤੁਸੀਂ ਨੈਗੇਟਿਵ ਸਾਈਨ ਲੈਂਦੇ ਹੋ। ਨੈਗੇਟਿਵ ਸਾਈਨ ਦਾ ਮਤਲਬ ਕੀ ਹੈ, ਡਿਕਰੀਜ਼, ਟਾਈਮ ਦੇ ਨਾਲ ਜੋ ਤੁਹਾਡਾ ਰਿਐਕਟੈਂਟ ਹੈ ਉਹ ਘਟ ਰਿਹਾ ਹੈ। ਤਾਂ ਜਦੋਂ ਵੀ ਤੁਸੀਂ ਰੇਟ ਨੂੰ ਰਿਐਕਟੈਂਟ ਦੀ ਟਰਮ ਦੇ ਵਿੱਚ ਐਕਸਪ੍ਰੈਸ ਕਰਨਾ ਹੈ, ਮੇਕ ਸ਼ੋਰ ਟੂ ਟੇਕ ਨੈਗੇਟਿਵ ਸਾਈਨ। ਜਦ ਕਿ ਅਗਰ ਤੁਸੀਂ ਪ੍ਰੋਡਕਟ ਦੀ ਕੰਸਨਟ੍ਰੇਸ਼ਨ ਦੀ ਟਰਮ 'ਚ ਗੱਲ ਕਰਦੇ ਹੋ ਤਾਂ ਉੱਥੇ ਆਪਾਂ ਪੋਜ਼ਿਟਿਵ ਸਾਈਨ ਲੈਂਦੇ ਹਾਂ, ਕਿਉਂਕਿ ਪ੍ਰੋਡਕਟ ਇਨਕਰੀਜ਼ ਹੁੰਦਾ ਹੈ ਵਿਦ ਟਾਈਮ। ਐਸਾ ਕੋਈ ਡਾਊਟ? ਓਕੇ, ਦੇਖੋ ਨੈਕਸਟ ਮੈਂ ਦੇਖੋ ਰਿਐਕਸ਼ਨ ਨੂੰ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ, ਕਿ ਜਦੋਂ ਸਟਾਰਟਿੰਗ ਤੇ ਸੀ ਸਿਰਫ ਤੁਹਾਡੇ ਜੋ ਬਲੈਕ ਬਲੈਕ ਦਿਖ ਰਹੇ ਹੋਣਗੇ ਤੁਹਾਨੂੰ ਸਾਰੇ ਬਲੈਕ ਬਲੈਕ ਮੋਲੀਕਿਊਲ ਤੁਹਾਡੇ ਰਿਐਕਟੈਂਟ ਸੀ। ਜਦੋਂ ਟਾਈਮ 10 ਮਿੰਟ ਹੋਇਆ ਤਾਂ ਕੁਝ ਬਲੈਕ ਮੋਲੀਕਿਊਲ ਦੇਖੋ ਰੈੱਡ ਰੈੱਡ ਦੇ ਵਿੱਚ ਕਨਵਰਟ ਹੋ ਗਏ, ਕੁਝ ਰੈੱਡ ਰੈੱਡ ਪਾਰਟ ਦਿਖ ਰਿਹਾ ਹੋਏਗਾ ਤੁਹਾਨੂੰ, ਹੈ ਨਾ। ਤਾਂ ਕੁਝ ਇਹ ਰੈੱਡ ਪਾਰਟ 'ਚ ਕਨਵਰਟ ਹੋ ਗਏ, ਮਤਲਬ ਰਿਐਕਸ਼ਨ
ਮਤਲਬ ਟਾਈਮ ਦੇ ਨਾਲ ਜੋ ਤੁਹਾਡੇ ਰਿਐਕਟੈਂਟ ਆ ਉਹ ਪ੍ਰੋਡਕਟ ਦੇ ਵਿੱਚ ਕਨਵਰਟ ਹੋਣਾ ਸਟਾਰਟ ਹੋ ਗਏ ਐਂਡ ਜਦੋਂ ਤੁਹਾਡੇ ਕੰਪਲੀਟ 12 ਘੰਟੇ ਹੋ ਗਏ ਤਾਂ ਕੁਝ ਰਿਐਕਟੈਂਟ ਮੋਲੀਕਿਊਲਸ ਹਜੇ ਤੁਹਾਡੇ ਸਿਸਟਮ ਦੇ ਵਿੱਚ ਪਏ ਸੀ ਬਟ ਮੋਸਟ ਆਫ ਦੇ ਰਿਐਕਟੈਂਟ ਮੋਲੀਕਿਊਲਸ ਤੁਹਾਡੇ ਪ੍ਰੋਡਕਟ ਦੇ ਵਿੱਚ ਇੱਥੇ ਕਨਵਰਟ ਹੋ ਚੁੱਕੇ ਨੇ। ਤਾਂ ਜਿੱਦਾਂ ਕਿ ਮੈਂ ਦੱਸਿਆ ਰਿਐਕਟੈਂਟ ਦੀ ਟਰਮ ਚ ਰੇਟ ਤੁਸੀਂ ਨੈਗੇਟਿਵ ਸਾਈਨ ਦੇ ਨਾਲ ਰਿਪਰੈਜ਼ੈਂਟ ਕਰਦੇ ਹੋ ਜਦ ਕਿ ਪ੍ਰੋਡਕਟ ਦੀ ਰੇਟ ਜੋ ਹੈ ਤੁਸੀਂ ਪੋਜ਼ਿਟਿਵ ਸਾਈਨ ਦੇ ਨਾਲ ਰਿਪਰੈਜ਼ੈਂਟ ਕਰਦੇ ਹੋ। ग्राफ की देखो शो कर रहा है नंबर ऑफ मॉलिक्यूल्स विद रिस्पेक्ट टू टाइम। ਤੁਹਾਨੂੰ ਪਤਾ ਹੈ ਟਾਈਮ ਦੇ ਰਿਸਪੈਕਟ ਦੇ ਨਾਲ ਰਿਐਕਟੈਂਟ ਕੀ ਹੁੰਦਾ ਹੈ ਡਿਕਰੀਜ਼ ਕਰਦਾ ਹੈ। ਜਦੋਂ ਤੁਹਾਡਾ ਟਾਈਮ 0 ਸੀ ਤਾਂ ਟਾਈਮ 0 ਤੇ ਸਿਰਫ ਤੁਹਾਡੇ ਰਿਐਕਟੈਂਟ ਮੋਲੀਕਿਊਲ ਪ੍ਰੈਜ਼ੈਂਟ ਸੀ ਤੇ ਰਿਐਕਟੈਂਟ ਕੀ ਹੈ ਤੁਹਾਡੇ A। ਤਾਂ ਇੱਥੇ ਮੰਨ ਲੈ ਸਪੋਜ਼ ਕਰ ਲੈ ਤੁਹਾਡੇ 40 ਮੋਲੀਕਿਊਲ ਸੀ A। ਜਿਵੇਂ ਜਿਵੇਂ ਟਾਈਮ ਤੁਹਾਡਾ ਇਨਕਰੀਜ਼ ਹੁੰਦਾ ਗਿਆ ਉਵੇਂ ਉਵੇਂ ਤੁਹਾਡੇ A ਮੋਲੀਕਿਊਲਸ ਕੀ ਹੋ ਗਏ ਡਿਕਰੀਜ਼ ਹੁੰਦੇ ਗਏ ਤਾਂ ਕਰਕੇ ਕਰਵ ਕੀ ਦਿਖਾ ਰਹੇ ਆਪਾਂ ਡਿਕਰੀਜ਼ਿੰਗ ਦਿਖਾ ਰਹੇ। ठीक है जिमें जिमें टाइम बीतता गया उसी तरह जो थोड़ा प्रोडक्ट की कंसंट्रेशन है वो की ਹੁੰਦਾ ਗਿਆ थोड़ा इंक्रीज ਹੁੰਦਾ ਗਿਆ ਜਿਸ ਨੂੰ ਆਪਾਂ B ਦੇ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ। ਗ੍ਰਾਫ ਕਲੀਅਰ ਹੈ। ਨੈਕਸਟ ਇੱਕ ਜਨਰਲ ਰਿਐਕਸ਼ਨ ਦੀ ਗੱਲ ਕਰਦੇ ਹਾਂ। ਦੇਖੋ ਇੱਥੇ ਤਾਂ ਆਪਾਂ ਬਿਲਕੁਲ ਹੀ ਸਿੰਪਲ ਰਿਐਕਸ਼ਨ ਲਿਖੀ ਸੀ ਕਿ ਜੋ ਥੋੜਾ A ਹੈ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਰਿਹਾ B ਦੇ ਵਿੱਚ ਹੈ ਨਾ। ਹੁਣ ਇੱਕ ਆਪਾਂ ਜਨਰਿਕ ਰਿਐਕਸ਼ਨ ਲੈ ਲੈਂਦੇ ਹਾਂ ਇੱਕ ਜਨਰਲ ਰਿਐਕਸ਼ਨ ਲੈ ਲੈਂਦੇ ਹਾਂ ਕਿ ਮੰਨ ਲਓ ਤੁਹਾਡੇ ਦੋ ਰਿਐਕਟੈਂਟ ਸੀ ਉਹਨਾਂ ਦੇ A ਮੋਲ ਤੇ B ਮੋਲ ਜਦੋਂ ਰਿਐਕਟ ਕੀਤੇ ਤਾਂ ਤੁਹਾਡੇ ਕੋਲ ਪ੍ਰੋਡਕਟ ਦੇ C ਮੋਲ ਤੇ D ਮੋਲ ਪ੍ਰੋਡਿਊਸਡ ਹੋਏ। ਤਾਂ ਇਸ ਰਿਐਕਸ਼ਨ ਦੇ ਲਈ ਜੋ ਤੁਹਾਡੀ ਇੱਕ ਜਨਰਲ ਰਿਐਕਸ਼ਨ ਹੈ ਉਸ ਰਿਐਕਸ਼ਨ ਦੇ ਲਈ ਤੁਸੀਂ ਰੇਟ ਨੂੰ ਕਿੱਦਾਂ ਐਕਸਪ੍ਰੈਸ ਕਰੋਗੇ ਤਾਂ ਰੇਟ ਕਾਦੇ ਇਕੁਅਲ ਆਏਗਾ। ਦੇਖੋ ਆਹ ਤੁਹਾਡੇ ਰਿਐਕਟੈਂਟ ਨੇ ਤਾਂ ਰਿਐਕਟੈਂਟ ਨੂੰ ਹਮੇਸ਼ਾ ਤੁਸੀਂ ਨੈਗੇਟਿਵ ਸਾਈਨ ਦੇ ਨਾਲ ਹੀ ਲਿਖਣਾ ਹੈ। ਧਿਆਨ ਰੱਖਣ ਵਾਲੀ ਬਸ ਗੱਲ ਇੱਥੇ ਇਹ ਹੈ ਕਿ ਜੋ ਤੁਹਾਡੇ ਤੇ ਕੋਐਫੀਸ਼ੀਐਂਟ ਹੁੰਦੇ ਨੇ ਨਾ ਉਹਨਾਂ ਨੂੰ ਤੁਸੀਂ ਰੇਟ ਨੂੰ ਜਦੋਂ ਡਿਫਾਈਨ ਕਰਨਾ ਹੈ ਤਾਂ ਉਹਨੂੰ ਰੈਸਿਪਰੋਕੇਟ ਕਰਕੇ ਲਿਖਣਾ ਹੈ 1/a ਅਤੇ b ਹੈ ਤਾਂ ਇਹਨੂੰ ਲਿਖੋਗੇ 1/b। c ਤੇ d ਤੁਹਾਡੇ ਪ੍ਰੋਡਕਟ ਨੇ ਕਿਉਂਕਿ ਪ੍ਰੋਡਕਟ ਦੀ ਕੰਸੈਂਟ੍ਰੇਸ਼ਨ ਥੋੜੀ ਇੰਕਰੀਜ਼ ਹੁੰਦੀ ਹੈ ਤਾਂ ਤੁਸੀਂ ਪੋਜ਼ਿਟਿਵ ਸਾਈਨ ਨਾਲ ਲਿਖਦੇ ਹੋ। तो जो C कोफिशिएंट है उसਨੂੰ कितना लिखोगे 1/c ਤੇ D ਨੂੰ ਕਿਦਾਂ ਲਿਖੋਗੇ 1/d। So this is the representation of any general reaction including some coefficient। ਤਾਂ coefficient ਜਦੋਂ ਤੁਹਾਡੇ ਇਨਕਲੂਡ ਹੋਣਗੇ ਤਾਂ ਤੁਸੀਂ ਰੇਟ ਨੂੰ ਇਸ ਤਰ੍ਹਾਂ ਡਿਫਾਈਨ ਕਰਦੇ ਹੋ। ਦੇਖੋ ਰੇਟ ਤਾਂ ਇੱਕੋ ਜਿਹੀ ਹੈ ਨਾ ਜਿੰਨਾ A ਜਾਂ B ਦੇ ਵਿੱਚ ਜਿੰਨਾ ਵੀ ਇਫੈਕਟ ਆਏਗਾ ਉਨਾ ਹੀ ਤੁਹਾਡਾ ਪ੍ਰੋਡਕਟ C ਜਾਂ D ਫਾਰਮ ਹੋਏਗਾ। ਤਾਂ ਸਾਰੇ ਜੋ ਰੇਟਸ ਨੇ ਇੱਕ ਦੂਜੇ ਦੇ ਇਕੁਅਲ ਨੇ। R rate equal to minus 1 by A dA by dt is equal to minus 1 by B dB by dt and so on। ਇਹ ਪੁਆਇੰਟ ਦਾ ਖਾਸ ਧਿਆਨ ਰੱਖਣਾ ਹੈ ਠੀਕ ਹੈ। ਤਾਂ ਕੁਐਸਚਨ ਕਈ ਵਾਰ ਇਹਨਾਂ ਤੋਂ ਆਉਂਦੇ ਨੇ ਮੈਂ ਤੁਹਾਨੂੰ ਦੱਸ ਦੇਣਾ। ਨੈਕਸਟ ਜੋ ਇੰਪੋਰਟੈਂਟ ਪੁਆਇੰਟ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਇੰਪੋਰਟੈਂਟ ਪੁਆਇੰਟ ਕੀ ਹੈ। ਮੰਨ ਲਓ ਤੁਹਾਨੂੰ ਪੁੱਛ ਲਿਆ ਜਾਏ ਦੇਖੋ ਤੁਹਾਨੂੰ ਪਤਾ ਹੈ ਇੱਥੇ A ਤੇ B ਤੁਹਾਡੇ ਕੀ ਰਿਐਕਟੈਂਟ ਨੇ ਰਿਐਕਟੈਂਟ ਕੀ ਹੋ ਰਹੇ ਨੇ ਡਿਕਰੀਜ਼ ਕਰ ਰਹੇ ਨੇ ਜਿਸ ਨੂੰ ਆਪਾਂ ਸਮ ਟਾਈਮ ਬੋਲਦੇ ਹਾਂ ਡਿਸਅਪੀਅਰ ਹੋ ਰਹੇ ਨੇ। ਰੇਟ ਆਫ ਮੰਨ ਲਓ ਤੁਹਾਨੂੰ ਕੁਐਸਚਨ ਪੁੱਛ ਲਿਆ ਦੱਸੋ ਰੇਟ ਆਫ ਡਿਸਅਪੀਅਰੈਂਸ ਆਫ A ਕਿੰਨਾ ਆਏਗਾ। ਤਾਂ ਜਦੋਂ ਤੁਸੀਂ ਰੇਟ ਆਫ ਡਿਸਅਪੀਅਰੈਂਸ ਆਫ A ਦੱਸਣਾ ਹੈ ਉਸ ਟਾਈਮ ਤੇ ਤੁਸੀਂ ਕੋਐਫੀਸ਼ੀਐਂਟ ਨੂੰ ਇਨਕਲੂਡ ਨਹੀਂ ਕਰਨਾ। ਕਹਿਣ ਦਾ ਮਤਲਬ ਕੀ ਹੈ ਉਸ ਟਾਈਮ ਤੇ ਤੁਸੀਂ ਜੋ ਵੈਲਿਊ ਦਾ ਆਨਸਰ ਦੇਣਾ ਹੈ ਉਹ ਕਿਹਦੀ ਵੈਲਿਊ ਦਾ ਆਨਸਰ ਦੇਣਾ ਹੈ ਮਾਈਨਸ dA by dt। ਤਾਂ ਅਗਰ ਤੁਹਾਨੂੰ ਇਸ ਆਹ ਇਕੁਏਸ਼ਨ ਮੰਨ ਲਓ ਆਹੀ ਇਕੁਏਸ਼ਨ ਤੁਹਾਨੂੰ ਗਿਵਨ ਹੈ ਇੱਥੇ ਹੀ ਤੁਹਾਨੂੰ ਪੁੱਛ ਲਿਆ ਜਾਵੇ ਕਿ ਰੇਟ ਆਫ ਡਿਸਅਪੀਅਰੈਂਸ ਆਫ A ਕਿੰਨਾ ਆਏਗਾ ਤਾਂ ਤੁਸੀਂ ਜੋ ਆਨਸਰ ਕਰਨਾ ਹੈ ਉਹ ਕਾਹਦਾ ਆਨਸਰ ਕਰਨਾ ਹੈ ਮਾਈਨਸ dA by dt। ਤਾਂ ਅਗਰ ਤੁਹਾਨੂੰ ਮਾਈਨਸ dA by dt ਚਾਹੀਦਾ ਹੈ ਤਾਂ ਤੁਹਾਨੂੰ ਇੱਥੇ 1/a ਨੂੰ ਐਲੀਮੀਨੇਟ ਕਰਨਾ ਪਏਗਾ। ਤਾਂ 1/a ਨੂੰ ਐਲੀਮੀਨੇਟ ਕਿੱਦਾਂ ਕਰ ਸਕਦੇ ਹੋ ਸਾਰੀ ਇਕੁਏਸ਼ਨ ਨੂੰ a ਦੇ ਨਾਲ ਮਲਟੀਪਲਾਈ ਕਰ ਦਿਓ। ਸਾਰੀ ਇਕੁਏਸ਼ਨ ਨੂੰ a ਦੇ ਨਾਲ ਮਲਟੀਪਲਾਈ ਕਰ ਦਿਓ ਤਾਂ ਜਿੱਦਾਂ ਹੀ ਮਲਟੀਪਲਾਈ ਕਰੋਗੇ ਤਾਂ ਤੁਹਾਡਾ ਮਾਈਨਸ dA by dt ਕਾਹਦੇ ਇਕੁਅਲ ਬਣ ਜਾਏਗਾ ਮਾਈਨਸ a by b dB by dt equal to a by c dc by dt equal to a by d dd by dt। ਕਹਿਣ ਦਾ ਮਤਲਬ ਕਿ ਜਦੋਂ ਵੀ ਤੁਸੀਂ ਰੇਟ ਆਫ ਡਿਸਅਪੀਅਰੈਂਸ ਆਫ A ਲਿਖਣਾ ਹੈ ਉੱਥੇ ਕੋਐਫੀਸ਼ੀਐਂਟ ਨੂੰ ਇਨਕਲੂਡ ਨਹੀਂ ਕਰਨਾ ਸਿਰਫ ਮਾਈਨਸ dA by dt ਦੀ ਵੈਲਿਊ ਹੀ ਤੁਸੀਂ ਉੱਥੇ ਰਿਪੋਰਟ ਕਰਨੀ ਹੈ। ਉਹ ਕਾਹਦੇ ਇਕੁਅਲ ਆਏਗੀ ਤੁਹਾਡੇ ਇਹਨਾਂ ਚੋਂ ਕਿਸੇ ਮਰਜ਼ੀ ਇੱਕ ਦੇ ਇਕੁਅਲ ਤੁਸੀਂ ਰੱਖ ਸਕਦੇ ਹੋ ਅਕੋਰਡਿੰਗ ਟੂ ਆਪਸ਼ਨ। ਜਿਹੜੇ ਵੀ ਤੁਹਾਨੂੰ ਜਿਸ ਤਰ੍ਹਾਂ ਦੀਆਂ ਵੀ ਆਪਸ਼ਨ ਤੁਹਾਨੂੰ ਪੇਪਰ 'ਚ ਅਵੇਲੇਬਲ ਹੋਣਗੀਆਂ ਤਾਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਆਨਸਰ ਤੁਹਾਡਾ ਉੱਥੇ ਅਵੇਲੇਬਲ ਹੋ ਸਕਦਾ ਹੈ।
मैं ਇਹ ਤੁਹਾਨੂੰ ਨਾ ਐਗਜ਼ਾਮਪਲ ਨਾਲ ਕਲੀਅਰ ਕਰਾਂਗਾ। ਇੱਥੇ ਤੁਹਾਨੂੰ ਥੋੜੀ ਜਿਹੀ ਕਨਫਿਊਜ਼ਨ ਹੋ ਸਕਦੀ ਹੈ, ਟੈਨਸ਼ਨ ਨਾ ਲਓ, ਮੈਂ ਐਗਜ਼ਾਮਪਲ ਅੱਗੇ ਕਲੀਅਰ ਕਰਦਾ ਹਾਂ। ਬਸ ਇੱਕ ਗੱਲ ਧਿਆਨ ਰੱਖਣਾ, ਅਗਰ ਤੁਹਾਨੂੰ ਰੇਟ ਆਫ ਡਿਸਅਪੀਅਰੈਂਸ ਆਫ ਏ ਪੁੱਛ ਰਹੇ ਨੇ ਤਾਂ ਉੱਥੇ ਤੁਸੀਂ ਕੋਫੀਸ਼ੀਐਂਟ ਦੀ ਵੈਲਿਊ ਇੰਕਲੂਡ ਨਹੀਂ ਕਰਨੀ, ਤਾਂ ਤੁਸੀਂ ਉਹਦੇ ਉੱਤੇ ਵੈਲਿਊ ਜੋ ਦੱਸਣੀ ਹੈ ਕੁਐਸਚਨ ਦੇ ਵਿੱਚ, ਕਾਦੀ ਵੈਲਿਊ ਦੱਸਣੀ ਹੈ, ਮਾਈਨਸ ਡੀਏ ਬਾਈ ਡੀਟੀ। ਕਿਉਂਕਿ ਦੇਖੋ ਆਹ ਸਾਰਾ ਤੁਹਾਡਾ ਰੇਟ ਹੈ, ਇਹ ਸਾਰੇ ਇਕੁਅਲ ਟਰਮਸ ਨੇ, ਹੈ ਨਾ। ਬਟ ਜਦੋਂ ਤੁਹਾਨੂੰ ਡਿਸਅਪੀਅਰੈਂਸ ਆਫ ਏ ਪੁੱਛ ਰਿਹਾ, ਮੰਨ ਲਓ ਜੇ ਤੁਹਾਨੂੰ ਪੁੱਛ ਰਿਹਾ ਅਪੀਅਰੈਂਸ ਆਫ ਸੀ ਦੀ ਵੈਲਿਊ ਕੀ ਆਏਗੀ, ਅਪੀਅਰੈਂਸ ਆਫ ਸੀ। ਤਾਂ ਅਪੀਅਰੈਂਸ ਆਫ ਸੀ ਦਾ ਮਤਲਬ ਤੁਸੀਂ ਵੈਲਿਊ ਰਿਪੋਰਟ ਕਰਨੀ ਹੈ ਡੀਸੀ ਬਾਈ ਡੀਟੀ। ਤਾਂ ਦੈਟ ਮੀਨਸ ਜੋ ਤੁਹਾਡਾ ਕੋਐਫੀਸ਼ੀਐਂਟ ਹੈ 1/c, ਉਹ ਇੱਥੇ ਇਨਕਲੂਡ ਨਹੀਂ ਹੋਣਾ ਚਾਹੀਦਾ। ਤਾਂ ਕੋਐਫੀਸ਼ੀਐਂਟ ਨੂੰ ਇੱਥੇ ਇਨਕਲੂਡ ਨਾ ਹੀ ਕਰਨਾ ਤਾਂ ਇਹਦਾ ਮਤਲਬ ਸਾਰੀ ਇਕੁਏਸ਼ਨ ਨੂੰ ਕਾਹਦੇ ਨਾਲ ਮਲਟੀਪਲਾਈ ਕਰ ਦਿਓ, c ਦੇ ਨਾਲ। ਤਾਂ ਜਦੋਂ ਤੁਸੀਂ ਸਾਰੀ ਇਕੁਏਸ਼ਨ ਨੂੰ c ਨਾਲ ਮਲਟੀਪਲਾਈ ਕਰ ਦੋਗੇ ਤਾਂ ਇਹ ਕਾਹਦੇ ਇਕੁਅਲ ਬਣ ਜਾਏਗਾ, ਮਾਈਨਸ c ਬਾਈ a dA ਬਾਈ dt ਇਕੁਅਲ ਟੂ ਮਾਈਨਸ c ਬਾਈ b dB ਬਾਈ dt ਇਕੁਅਲ ਟੂ c ਬਾਈ d d ਬਾਈ dt। ਤਾਂ ਇਹਨਾਂ ਵਿੱਚੋਂ ਕੋਈ ਵੀ ਆਨਸਰ ਤੁਸੀਂ ਪੇਪਰ ਦੇ ਵਿੱਚ ਰਿਪੋਰਟ ਕਰ ਸਕਦੇ ਹੋ, ਜਾਂ ਜੋ ਵੀ ਤੁਹਾਨੂੰ ਪੇਪਰ ਦੇ ਵਿੱਚ ਆਪਸ਼ਨ ਅਵੇਲੇਬਲ ਹੋਏਗਾ ਤੁਸੀਂ ਉਸ ਦੇ ਅਕੋਰਡਿੰਗ ਆਪਣਾ ਆਨਸਰ ਰਿਪੋਰਟ ਕਰੋਗੇ, ਉਸ ਦੇ ਅਕੋਰਡਿੰਗ ਤੁਸੀਂ ਆਪਣਾ ਆਨਸਰ ਰਿਪੋਰਟ ਕਰੋਗੇ। ਕਲੀਅਰ ਹੈ ਪੁਆਇੰਟ। ਬੀ ਪੁੱਛੋ, ਹਾਂ ਹਾਂਜੀ ਬੀ ਬੀ ਸਾਰੀ ਇਕੁਏਸ਼ਨ ਨੂੰ ਬੀ ਨਾਲ ਸਮਾਲ ਬੀ ਦੇ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਕਿ ਉੱਥੇ ਬੀ ਵਾਲਾ ਕੋਐਫੀਸ਼ੀਐਂਟ ਨਾ ਆਵੇ। ਬਿਲਕੁਲ ਉੱਥੇ ਨਹੀਂ ਇਨਕਲੂਡ ਕਰਨਾ, ਚਾਹੇ ਡਿਸਅਪੀਅਰੈਂਸ ਹੈ ਚਾਹੇ ਅਪੀਅਰੈਂਸ। ਦੇਖੋ ਡਿਸਅਪੀਅਰੈਂਸ ਆਫ ਏ ਦਾ ਮਤਲਬ ਕੀ ਹੈ, ਏ ਦੇ ਵਿੱਚ ਘਾਟਾ ਹੋ ਰਿਹਾ ਨਾ, ਤਾਂ ਆਪਾਂ ਉਹਦੇ ਵਿੱਚ ਕੋਐਫੀਸ਼ੀਐਂਟ ਨਹੀਂ ਲੈ ਕੇ ਆਣਾ। ਤਾਂ ਆਪਾਂ ਡਿਸਅਪੀਅਰੈਂਸ ਦਾ ਰੇਟ ਕੀ ਹੁੰਦਾ ਹੈ, ਮਾਈਨਸ ਏ ਬਾਈ ਡੀ, ਠੀਕ ਹੈ, ਏ ਦੇ ਵਿੱਚ ਕਿੰਨਾ ਡਿਕਰੀਜ਼ ਆ ਰਿਹਾ ਹੈ। ਬਿਲਕੁਲ ਬਿਲਕੁਲ ਠੀਕ ਹੈ। ਇਹਦੀ ਐਗਜ਼ਾਮਪਲ ਇੱਥੇ ਪਈ ਹੈ, ਜਿਵੇਂ ਦੇਖੋ ਰਿਐਕਸ਼ਨ ਤੁਹਾਨੂੰ ਗਿਵਨ ਹੈ ਕਿ ਤੁਹਾਡੇ 4 ਅਮੋਨੀਆ 5 ਮੋਲ ਆਫ ਆਕਸੀਜਨ ਦੇ ਨਾਲ ਜਦੋਂ ਰਿਐਕਟ ਕਰਦੇ ਨੇ ਤਾਂ ਤੁਹਾਡੇ 4 ਮੋਲ ਆਫ ਨਾਈਟ੍ਰਿਕ ਆਕਸਾਈਡ ਤੇ 6 ਮੋਲ ਆਫ ਵਾਟਰ ਦੀ ਫਾਰਮੇਸ਼ਨ ਹੁੰਦੀ ਹੈ। ਗਿਵਨ ਕੀ ਹੈ ਤੁਹਾਨੂੰ, ਰੇਟ ਆਫ ਫਾਰਮੇਸ਼ਨ ਆਫ NO, ਰੇਟ ਆਫ ਫਾਰਮੇਸ਼ਨ ਆਫ NO ਗਿਵਨ ਹੈ ਤੁਹਾਨੂੰ। ਤਾਂ ਤੁਹਾਨੂੰ ਪੁੱਛਿਆ ਕੀ ਹੈ, ਡਿਸਅਪੀਅਰੈਂਸ ਆਫ ਆਕਸੀਜਨ ਦੱਸੋ, ਡਿਸਅਪੀਅਰੈਂਸ ਆਫ ਆਕਸੀਜਨ ਦੱਸੋ। ਤਾਂ ਦੇਖੋ ਤੁਹਾਨੂੰ ਗਿਵਨ ਕੀ ਹੈ, ਰੇਟ ਆਫ ਫਾਰਮੇਸ਼ਨ ਆਫ ਨਾਈਟ੍ਰਿਕ ਆਕਸਾਈਡ, ਮਤਲਬ ਜੋ ਤੁਹਾਨੂੰ ਆਹ ਵੈਲਿਊ ਗਿਵਨ ਹੈ ਉਹ ਕਾਦੀ ਵੈਲਿਊ ਗਿਵਨ ਹੈ ਤੁਹਾਨੂੰ, ਮੈਂ ਇੱਥੇ ਨੀਚੇ ਲਿਖਦਾ ਹਾਂ DNO ਬਾਈ dt, ਕਿਉਂਕਿ NO ਬਣ ਰਿਹਾ ਹੈ ਤਾਂ ਪੋਜ਼ਿਟਿਵ ਸਾਈਨ ਆਏਗਾ। ਤਾਂ ਇਹਦੀ ਵੈਲਿਊ ਤੁਹਾਨੂੰ ਗਿਵਨ ਕਿੰਨੀ ਹੈ, 3.6 into 10 raised to power minus 3। ਫॉर द ਟਾਈਮ ਬਿੰਗ ਮੈਂ ਇਹਦੀਆਂ ਜੋ ਯੂਨਿਟਸ ਹੈ ਉਹਨੂੰ ਸਕਿਪ ਕਰ ਰਿਹਾ ਹਾਂ, ਠੀਕ ਹੈ। ਤਾਂ ਜੋ ਤੁਹਾਨੂੰ ਰੇਟ ਆਫ ਫਾਰਮੇਸ਼ਨ ਦਾ ਮਤਲਬ ਤੁਹਾਨੂੰ NO ਦੀ ਫਾਰਮੇਸ਼ਨ ਦਿੱਤੀ ਗਈ ਹੈ ਉਹ ਕਿੰਨੀ ਹੈ, 3.6 into 10 raised to power minus 3, ਜਿਹੜੀ ਕਿ ਕਾਦੇ ਇਕੁਅਲ ਹੈ, DNO by dt, ਠੀਕ ਹੈ। ਤਾਂ ਹੁਣ ਦੇਖੋ ਪੁੱਛ ਰਹੇ ਨੇ ਰੇਟ ਆਫ ਡਿਸਅਪੀਅਰੈਂਸ ਆਫ ਆਕਸੀਜਨ ਕਿੰਨਾ ਆਏਗਾ। ਤਾਂ ਸਭ ਤੋਂ ਪਹਿਲਾਂ ਜੋ ਵੀ ਇਕੁਏਸ਼ਨ ਤੁਹਾਨੂੰ ਦਿੱਤੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਰੇਟ ਲੋ ਲਿਖੋ। ਤਾਂ ਅਕੋਰਡਿੰਗ ਟੂ ਰੇਟ ਲੋ ਕਾਦੇ ਇਕੁਅਲ ਬਣੇਗਾ ਰੇਟ, ਮਾਈਨਸ 1/4, 4 ਕੋਐਫੀਸ਼ੀਐਂਟ ਨੂੰ ਰੈਸਿਪਰੋਕੇਟ ਕਰਕੇ ਲਿਖੋਗੇ, d of NH3 by dt equal to minus 1/5 d of O2 by dt ਇਕੁਅਲ ਟੂ, ਇਹ ਦੋਨੋਂ ਫਾਰਮ ਹੋ ਰਹੇ ਨੇ ਤਾਂ ਪੋਜ਼ਿਟਿਵ ਸਾਈਨ ਦੇ ਨਾਲ 1/4 DNO by dt ਇਕੁਅਲ ਟੂ ਪਲੱਸ 1/6 d ਵਾਟਰ ਬਾਈ dt। ਹੁਣ ਦੇਖੋ ਜੋ ਗੱਲ ਇਹਨਾਂ ਨੇ ਪੁੱਛੀ ਹੈ ਉਹ ਕਾਦੇ ਰਿਸਪੈਕਟ ਨਾਲ ਪੁੱਛੀ ਹੈ, ਤੁਹਾਡੇ ਆਕਸੀਜਨ ਤੇ ਤੁਹਾਡੇ ਨਾਈਟ੍ਰਿਕ ਆਕਸਾਈਡ, ਕਿਉਂਕਿ ਤੁਹਾਨੂੰ ਆਪਸ਼ਨ ਚ ਆਹੀ ਦੋਨੋਂ ਚੀਜ਼ਾਂ ਅਵੇਲੇਬਲ ਨੇ। ਤਾਂ ਦੇਖੋ ਜੋ ਤੁਹਾਨੂੰ ਗਿਵਨ ਹੈ NO ਤੇ O2, ਤਾਂ ਉਹ ਸਿਰਫ ਤੁਹਾਡੇ ਇਸ ਚੀਜ਼ ਦੇ ਵਿੱਚ ਆ ਰਹੇ ਹੈ, ਤਾਂ ਆਪਾਂ ਇੱਥੇ ਆਹੀ ਵਾਲੇ ਫੈਕਟਰ ਨੂੰ ਇੱਥੇ ਇਨਕਲੂਡ ਕਰਨਾ ਹੈ। ਤਾਂ ਇਹਨਾਂ ਨੂੰ ਦੇਖੋ ਹੁਣ ਕੰਪੇਅਰ ਕਰੋ, ਕਿਉਂਕਿ ਇਹ ਪੁੱਛ ਰਹੇ ਨੇ ਰੇਟ ਆਫ ਡਿਸਅਪੀਅਰੈਂਸ ਆਫ ਆਕਸੀਜਨ, ਦੈਟ ਮੀਨਸ ਤੁਸੀਂ ਇੱਥੇ ਵੈਲਿਊ ਕਾਦੀ ਰਿਪੋਰਟ ਕਰਨੀ ਹੈ, ਮਾਈਨਸ d ਆਫ ਆਕਸੀਜਨ ਬਾਈ dt। ਤਾਂ ਅਗਰ ਤੁਸੀਂ ਦੋਨਾਂ ਨੂੰ ਇੱਥੋਂ ਲਓਗੇ ਤਾਂ ਇੱਥੇ ਮਾਈਨਸ DO2 ਬਾਈ dt ਕਾਦੇ ਇਕੁਅਲ ਬਣੇਗਾ, ਦੇਖੋ ਤਾਂ 5 ਹੈ ਨਾ, ਤਾਂ 5 ਨੂੰ ਉੱਪਰ ਭੇਜ ਦਿਓ, ਕਾਦੇ ਇਕੁਅਲ ਬਣੇਗਾ 5/4 DNO by dt।
ठीक है। ਤੇ dno by dt ਦੀ ਵੈਲਿਊ ਤੁਹਾਨੂੰ ਇੱਥੇ ਗਿਵਨ ਹੈ ਤਾਂ ਕਿੰਨਾ ਆਨਸਰ ਆ ਜਾਏਗਾ 5/4 dno by dt ਦੀ ਵੈਲਿਊ ਕਿੰਨੀ ਹੈ 3.6 into 10 raised to power minus 3 ਇਹਨੂੰ ਸੋਲਵ ਕਰ ਲਓ ਆਨਸਰ ਕਿੰਨਾ ਆ ਜਾਏਗਾ ਤੁਹਾਡਾ 4.5 into 10 raised to power minus 3 पॉइंट क्लियर है ठीक है क्वेश्चन ਦੇ ਥਰੂ ਆਈ ਥਿੰਕ ਹੁਣ ਕਲੀਅਰ ਹੋ ਗਿਆ ਹੋਣਾ ਹੈ ਕਿ ਅਗਰ ਤੁਹਾਨੂੰ ਰੇਟ ਆਫ ਡਿਸਅਪੀਅਰੈਂਸ ਪੁੱਛ ਰਹੇ ਨੇ ਤਾਂ ਤੁਸੀਂ ਮਾਈਨਸ ਜੇ ਆਕਸੀਜਨ ਪੁੱਛ ਰਹੇ ਮਾਈਨਸ ਡੀਆਕਸੀਜਨ ਬਾਈ ਡੀਟੀ ਲਿਖੋਗੇ ਠੀਕ ਹੈ ਬਸ ਜੋ ਵੀ ਤੁਹਾਨੂੰ ਗਿਵਨ ਹੈ ਉਸ ਦੇ ਰਿਸਪੈਕਟ ਨਾਲ ਰੇਟ ਨੂੰ ਕੰਸੀਡਰ ਕਰਕੇ ਸੋਲਵ ਕਰ ਦੋਗੇ ਇੱਥੋਂ ਤੱਕ ਅਗਰ ਕੋਈ ਵੀ ਡਾਊਟ ਹੈ ਤਾਂ ਮੈਨੂੰ ਪੁੱਛ ਲਓ ਜਿਹੜਾ ਨਾਰਮਲ ਰੇਟ ਹੈ ਉਹਨੂੰ ਆਪਾਂ ਡੈਲਟਾ ਨਾਲ ਰਿਪਰੈਜ਼ੈਂਟ ਕਰਦੇ ਹਾਂ ਕਿਸ ਨੂੰ ਡੀ ਨਾਲ नहीं कोई जरूरी नहीं है डेल्टा नाल रिप्रेजेंट करना डेल्टा नाल भी कर सकते हो अगर डी नाल करना तो डी नाल देखो फर्क दस देना की है जो ਤੁਸੀਂ ਡੈਲਟਾ ਲੈਂਦੇ ਹੋ ਤਾਂ ਇਹੀ ਦਾ ਮਤਲਬ ਹੁੰਦਾ ਹੈ ਐਵਰੇਜ ਜਦੋਂ ਤੁਸੀਂ ਡੀ ਲੈਂਦੇ ਹੋ ਇਹਦਾ ਮਤਲਬ ਹੈ ਸਮਾਲ ਚੇਂਜ ਜਾਂ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ ਇਨਸਟੈਂਟੇਨੀਅਸ ਚੇਂਜ ਇੱਕ ਪਾਰਟਿਕੂਲਰ ਟਾਈਮ ਫਰਕ ਕੁਝ ਵੀ ਨਹੀਂ ਹੈ ਬਸ ਇਹਦੇ ਵਿੱਚ ਆਪਾਂ ਫਾਈਨਲ ਮਾਈਨਸ ਇਨੀਸ਼ੀਅਲ ਕਰ ਦਿੰਦੇ ਹਾਂ ਪਰ ਇੱਥੇ ਜਦੋਂ ਆਪਾਂ ਡੀ ਲੈਂਦੇ ਹਾਂ ਤਾਂ ਉਹਦਾ ਫਾਈਨਲ ਤੇ ਇਨੀਸ਼ੀਅਲ 'ਚ ਕੋਈ ਬਹੁਤਾ ਫਰਕ ਨਹੀਂ ਹੁੰਦਾ ਤਾਂ ਕਰਕੇ ਬਹੁਤ ਹੀ ਜ਼ਿਆਦਾ ਸਮਾਲ ਚੇਂਜ ਨੂੰ ਰਿਪਰੈਜ਼ੈਂਟ ਕਰਦਾ ਹੈ ਡੀ ਆਪਾਂ ਜਨਰਲੀ ਡੀ ਦੇ ਰਿਸਪੈਕਟ ਦੇ ਨਾਲ ਆਨਸਰ ਰਿਪੋਰਟ ਕਰਦੇ ਹਾਂ ਕੋਈ ਹੋਰ ਡਾਊਟ ਓਕੇ ਦੈਨ क्वेश्चन है इन्हें करो प्रैक्टिस करो खुद अपनी नोटबुक पे नोट कर लो नोटबुक पे इन द फॉलोइंग रिएक्शन हाउ द रेट ऑफ अपीयरेंस ऑफ द अंडरलाइन प्रोडक्ट मतलब प्रोडक्ट मतलब आह वाला is related to the rate of disappearance of the underlying reactant ਕੀ ਹੈ ਆਹ ਵਾਲਾ ਤਾਂ ਇਹਨਾਂ ਵਿੱਚ ਤੁਸੀਂ ਰਿਲੇਸ਼ਨ ਦੱਸਣਾ ਹੈ ਕਿ ਕਿਹੜਾ correct ਹੈ ਤਾਂ ਦੇਖੋ ਕਿਹੜਾ correct ਆਏਗਾ ਦੋਨਾਂ ਵਿੱਚ ਦੱਸਣਾ ਹੈ ਇੱਥੇ ਰਿਐਕਟੈਂਟ ਹੈ ਤੈਨੂੰ ਕੀ ਲਿਖ ਸਕਦੇ ਹਾਂ -1/5 d br ਨੈਗੇਟਿਵ by dt ਇਕੁਅਲ ਟੂ ਕਿਉਂਕਿ ਇੱਥੇ ਫਾਰਮ ਹੋ ਰਿਹਾ ਹੈ ਤਾਂ ਇੱਥੇ ਲਿਖੋਗੇ ਪਲੱਸ 1/3 d br2 by dt ਹੁਣ ਦੇਖੋ ਕਿਹੜਾ ਆਪਸ਼ਨ ਸਹੀ ਹੋ ਸਕਦਾ ਹੈ ਇਹਨਾਂ ਵਿੱਚ ਚੈੱਕ ਕਰੋ C ਆ ਰਿਹਾ 3/5 ਇੱਥੇ ਨਾ ਮਾਈਨਸ ਸਾਈਨ ਆਣਾ ਸੀਗਾ ਇੱਥੇ ਮਾਈਨਸ ਸਾਈਨ ਲਿਖ ਲਓ ਕਿਉਂਕਿ ਜੇ ਮਾਈਨਸ ਆਏਗਾ ਫਿਰ ਸਹੀ ਹੋਏਗਾ ਕਿਉਂਕਿ b ਦੇ ਵਿੱਚ ਪੋਜ਼ਿਟਿਵ ਹੈ ਪੋਜ਼ਿਟਿਵ ਨਹੀਂ ਆਏਗਾ ਕਿਉਂਕਿ ਇੱਥੇ ਇੱਕ ਨੈਗੇਟਿਵ ਸਾਈਨ ਹੈ ਹਨਾ ਇੱਥੇ ਇੱਕ ਨੈਗੇਟਿਵ ਸਾਈਨ ਆਏਗਾ ਮਲਟੀਪਲਾਈ ਦੀ ਜਗ੍ਹਾ ਤੇ ਮਾਈਨਸ ਸਾਈਨ ਆਏਗਾ ਤਾਂ ਤੁਹਾਡਾ ਜੋ C ਆਪਸ਼ਨ ਹੈ ਉਹ ਸਹੀ ਹੋ ਜਾਏਗਾ ਕਲੀਅਰ ਹੈ ਪੁਆਇੰਟ dbr2 by dt ਜਿਹੜਾ ਤੁਹਾਡਾ 3 ਹੈ ਉਧਰ ਚਲਾ ਗਿਆ ਕਾਹਦੇ ਕੋਲ ਬਣ ਗਿਆ -3/5 d bromide ਦੀ concentration by dt is it clear ਨੈਕਸਟ ਆਉਂਦਾ ਹੈ ਦੇਖੋ ਹੁਣ ਜੋ ਆਪਾਂ ਹੁਣ ਤੱਕ ਪੜਿਆ ਹੈ ਹਨਾ ਕਿ ਜੋ ਤੁਹਾਡੀ ਰੇਟ ਹੈ ਐਦਾਂ concentration ਨਾਲ ਚੇਂਜ ਵਿਦ ਰਿਸਪੈਕਟ ਟੂ ਟਾਈਮ ਹੈਨਾ ਹੁਣ ਜੋ ਇਹਦੇ ਵਿੱਚ ਮੇਨ ਅਗਲੀ ਗੱਲ ਇਹ ਆਉਂਦੀ ਹੈ ਕਿ ਹਰ ਇੱਕ ਜੋ ਤੁਹਾਡਾ ਰਿਐਕਟੈਂਟ ਹੈ ਉਹ ਤੁਹਾਡੀ ਰਿਐਕਸ਼ਨ ਦੇ ਰੇਟ ਨੂੰ ਇਫੈਕਟ ਕਰਦਾ ਹੈ ਹੈਨਾ ਤਾਂ ਇਸ ਚੀਜ਼ ਨੂੰ ਸਮਝਣ ਦੇ ਲਈ ਤੁਹਾਡਾ ਜੋ ਰੇਟ ਲੋ ਹੈ ਉਹ ਐਕਸਪ੍ਰੈਸ ਕੀਤਾ ਗਿਆ ਉਸ ਦੀ ਫਾਰਮੇਸ਼ਨ ਕੀਤੀ ਗਈ दोबारा रिपीट करता हाँ रेट लो का मतलब की है क्यों इसकी जरूरत पई देखो आपा क्या है जो थोड़ा रिएक्शन की जो रेट है केमिकल काइनेटिक्स है ना दैट इज इक्वल टू चेंज इन कंसंट्रेशन अपॉन टाइम ठीक है ਹੁਣ ਕੰਸੰਟ੍ਰੇਸ਼ਨ ਜਦੋਂ ਰਿਐਕਟੈਂਟ ਦੀ ਗੱਲ ਕਰਦੇ ਹੋ ਤਾਂ ਇੱਕ ਤੋਂ ਜ਼ਿਆਦਾ ਰਿਐਕਟੈਂਟ ਹੋ ਸਕਦੇ ਨੇ ਕਿ ਹਰ ਇੱਕ ਰਿਐਕਟੈਂਟ ਤੁਹਾਡੀ ਰਿਐਕਸ਼ਨ ਦੀ ਰੇਟ ਨੂੰ ਅਫੈਕਟ ਕਰਦਾ ਹੈ ਤਾਂ ਇਸ ਚੀਜ਼ ਨੂੰ ਡਿਟਰਮੀਨੇਸ਼ਨ ਕਰਨ ਦੇ ਲਈ ਜਾਣਨ ਦੇ ਲਈ ਥੋੜਾ ਰੇਟ ਲੋ ਐਕਸਪ੍ਰੈਸ਼ਨ ਨੂੰ ਯੂਜ਼ ਕੀਤਾ ਗਿਆ ਤਾਂ ਅਕੋਰਡਿੰਗ ਟੂ ਦਿਸ ਰੇਟ ਲੋ ਇਹਦੇ ਵਿੱਚ ਕੀ ਹੈ ਆਪਾਂ ਕਿਸੇ ਵੀ ਰਿਐਕਸ਼ਨ ਦੀ ਜੋ ਰੇਟ ਹੈ ਉਸ ਨੂੰ ਉਸਦੇ ਰਿਐਕਟੈਂਟ ਦੇ ਕੰਸੰਟ੍ਰੇਸ਼ਨ ਦੀ ਟਰਮਸ ਦੇ ਵਿੱਚ ਐਕਸਪ੍ਰੈਸ ਕਰਦੇ ਹਾਂ ਤੇ ਉੱਥੋਂ ਜਜਮੈਂਟ ਲਗਾਈ ਜਾਂਦੀ ਹੈ ਕਿ ਅਗਰ ਇਸ ਪਾਰਟਿਕੂਲਰ ਰਿਐਕਟੈਂਟ ਨੂੰ ਆਪਾਂ ਇੰਨਾ ਇਨਕਰੀਜ਼ ਕਰ ਦਈਏ ਤਾਂ ਉਹ ਤੁਹਾਡੇ ਰੇਟ ਨੂੰ ਆਫ ਕੈਮੀਕਲ ਰਿਐਕਸ਼ਨਸ ਨੂੰ ਕਿੱਦਾਂ ਇਫੈਕਟ ਕਰੇਗਾ ਠੀਕ ਹੈ ਤਾਂ ਉਸ ਤਰ੍ਹਾਂ ਮਤਲਬ ਆਪਾਂ ਦੇਖਦੇ ਹਾਂ ਕਿ ਇੱਕ ਪਾਰਟਿਕੂਲਰ ਰਿਐਕਟੈਂਟ ਦਾ ਤੁਹਾਡੇ ਇੱਕ ਪਾਰਟਿਕੂਲਰ ਰੇਟ ਆਫ ਕੈਮੀਕਲ ਰਿਐਕਸ਼ਨ ਦੇ ਉੱਤੇ ਕੀ ਇਫੈਕਟ ਪੈਂਦਾ ਹੈ
ਤਾਂ ਰੇਟ ਲੋ ਬੇਸਿਕਲੀ ਤੁਹਾਨੂੰ ਇਹ ਚੀਜ਼ ਦੱਸਦਾ ਹੈ ਕਿ ਜੋ ਤੁਹਾਡੀ ਕੰਸਨਟ੍ਰੇਸ਼ਨ ਰਿਐਕਟੈਂਟ ਦੀ ਹੈ ਉਹ ਕਿੱਦਾਂ ਇਫੈਕਟ ਕਰਦੀ ਹੈ ਤੁਹਾਡੇ ਰੇਟ ਆਫ ਕੈਮੀਕਲ ਰਿਐਕਸ਼ਨ। ठीक है। फॉर एग्जाम्पल एक केमिकल रिएक्शन कंसिडर करो ए प्लस बी टू फॉर्म योर प्रोडक्ट। तो अकॉर्डिंग टू रेट लॉ कि जो थोड़ा रेट होता है वो कादे डायरेक्टली प्रोपोर्शनल होएगा टू द कंसंट्रेशन ऑफ योर रिएक्टेंट रेज्ड टू सम पावर। ਪਾਵਰਸ ਦੇਖੋ ਤੁਹਾਡੇ ਕੋਐਫੀਸ਼ੀਐਂਟ ਦੇ ਇਕੁਅਲ ਵੀ ਹੋ ਸਕਦੀਆਂ ਨੇ ਤੇ ਤੁਹਾਡੀਆਂ ਡਿਫਰੈਂਟ ਵੀ ਹੋ ਸਕਦੀਆਂ ਨੇ। ਦੇਖੋ ਜੋ ਇੱਥੇ ਪਾਵਰਸ ਹੈ x ਤੇ y ਹੈ ਨਾ, ਇਹ ਜਿਹੜੀਆਂ ਪਾਵਰਸ ਆਉਂਦੀਆਂ ਨੇ ਉਹ ਇੱਕ ਐਕਸਪੈਰੀਮੈਂਟਲ ਕੁਆਂਟੀਟੀ ਹੁੰਦੀਆਂ ਨੇ। ਤੁਸੀਂ ਸਿੰਪਲ ਰਿਐਕਸ਼ਨਸ ਨੂੰ ਦੇਖ ਕੇ ਇਹ ਪਾਵਰਸ ਨੂੰ ਡਿਸਾਈਡ ਨਹੀਂ ਕਰ ਸਕਦੇ ਕਿ ਇਹ ਪਾਵਰਸ ਕੀ ਆ। ਪਹਿਲਾ ਪੁਆਇੰਟ ਤਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਦੁਬਾਰਾ ਰਿਪੀਟ ਕਰਦਾ ਹਾਂ, ਜੋ ਤੁਹਾਡਾ ਰੇਟ ਲੋ ਹੈ ਉਹ ਕੀ ਦੱਸਦਾ ਹੈ ਤੁਹਾਡੀ ਜੋ ਰਿਐਕਸ਼ਨ ਦੀ ਜੋ ਰੇਟ ਹੈ ਉਹ ਤੁਹਾਡੇ ਰਿਐਕਟੈਂਟ ਦੇ ਕੰਸਨਟ੍ਰੇਸ਼ਨ ਦੇ ਨਾਲ ਕਿੱਦਾਂ ਚੇਂਜ ਹੁੰਦੀ ਹੈ ਜਾਂ ਕਿੱਦਾਂ ਡਿਪੈਂਡ ਕਰਦੀ ਹੈ। ठीक है। rate is directly proportional to concentration of the reactant raised to some power। ਆਹ ਵਾਲੀਆਂ ਜੋ ਪਾਵਰਸ ਹੁੰਦੀਆਂ ਨੇ ਉਹ ਐਕਸਪੈਰੀਮੈਂਟਲੀ ਡਿਟਰਮਿਨ ਆਪਾਂ ਕੈਲਕੂਲੇਟ ਕਰਦੇ ਹਾਂ ਜੋ ਕਿ ਤੁਹਾਡੇ ਕੋਐਫੀਸ਼ੀਐਂਟ ਦੇ ਇਕੁਅਲ ਹੋ ਵੀ ਸਕਦੀਆਂ ਨੇ ਤੇ ਨਹੀਂ ਵੀ ਹੋ ਸਕਦੀਆਂ ਨੇ। ਅਗਰ ਆਪਾਂ ਇੱਥੇ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਉਂਦੇ ਹਾਂ ਤਾਂ ਆਪਾਂ ਇੱਕ ਇੱਥੇ ਕਨਸਟੈਂਟ ਨੂੰ ਇੰਟਰੋਡਿਊਸ ਕਰਦੇ ਹਾਂ ਕਿ ਜਿਹਨੂੰ ਆਪਾਂ ਬੋਲਦੇ ਹਾਂ ਰੇਟ ਕਨਸਟੈਂਟ। ਜਿਹਨੂੰ ਆਪਾਂ ਕੀ ਬੋਲਦੇ ਹਾਂ, रेट कांस्टेंट। पॉइंट क्लियर है। नेक्स्ट देखो एक तो सिंपल रिएक्शन थे हुन ऐदा ही आप एक रिएक्शंस ਨੂੰ ਕੰਸੀਡਰ ਕੀਤਾ ਕਿ ਕੋਈ ਵੀ ਕੈਮੀਕਲ ਰਿਐਕਸ਼ਨਸ ਲੈ ਲਓ ਤਾਂ ਹੁਣ ਦੋ ਚੀਜ਼ਾਂ ਆਉਂਦੀਆਂ ਨੇ, ਇੱਕ ਆਉਂਦਾ ਹੈ ਤੁਹਾਡਾ ਰੇਟ ਲੋ, ਇੱਕ ਹੁੰਦਾ ਹੈ ਤੁਹਾਡਾ ਲਾਅ ਆਫ ਮਾਸ ਐਕਸ਼ਨ। ਤਾਂ ਅਕੋਰਡਿੰਗ ਟੂ ਲਾਅ ਆਫ ਮਾਸ ਐਕਸ਼ਨ ਜਿਹੜੀਆਂ ਵੀ ਤੁਸੀਂ ਪਾਵਰਸ ਲਿਖਦੇ ਹੋ ਉਹ ਤੁਹਾਡੇ ਕੋਐਫੀਸ਼ੀਐਂਟ ਦੇ ਇਕੁਅਲ ਹੀ ਹੁੰਦੀਆਂ। ਕਦੇ ਦੇਖੋ ਕੋਐਫੀਸ਼ੀਐਂਟ ਦੇ ਇਕੁਅਲ ਹੀ ਨੇ n1 ਤੇ n2। ਬਟ ਜੋ ਤੁਹਾਡਾ ਰੇਟ ਲੋ ਹੈ ਮੈਂ ਤੁਹਾਨੂੰ ਦੱਸਿਆ ਹੈ ਉਹਦੇ ਅਕੋਰਡਿੰਗ ਜੋ ਤੁਸੀਂ ਪਾਵਰਸ ਲਿਖਦੇ ਹੋ ਉਹ ਇੱਕ ਐਕਸਪੈਰੀਮੈਂਟਲ ਕਨਸੈਪਟ ਹੁੰਦਾ ਹੈ। ਪਾਵਰ ਜੋ ਵੀ ਲਿਖਦੇ ਹੋ ਉਹ ਤੁਹਾਡੇ ਐਕਸਪੈਰੀਮੈਂਟ ਕਰਨ ਤੋਂ ਬਾਅਦ ਲਿਖਦੇ ਹੋ ਕਿ ਜੋ ਤੁਹਾਡਾ ਇੱਕ ਪਾਰਟਿਕੂਲਰ ਰਿਐਕਟੈਂਟ ਹੈ ਉਹ ਕਿੱਦਾਂ ਇਫੈਕਟ ਕਰਦਾ ਹੈ ਤੁਹਾਡੇ ਰੇਟ ਆਫ ਕੈਮੀਕਲ ਰਿਐਕਸ਼ਨ। ਪੁਆਇੰਟ ਧਿਆਨ ਦੇ ਵਿੱਚ ਰੱਖਣਾ। नेक्स्ट अगर मान लो ਤੁਸੀਂ ਜੋ ਕੰਸਨਟ੍ਰੇਸ਼ਨ ਰਿਐਕਟੈਂਟ ਦੀ 1 ਲੈ ਲਓ 1 ਮੋਲ ਪਰ ਲੀਟਰ ਤਾਂ ਜੋ ਤੁਹਾਡਾ ਰੇਟ ਹੈ ਉਹ ਕਾਦੇ ਕੋਲ ਆ ਜਾਏਗਾ ਤੁਹਾਡੇ ਰੇਟ ਕਾਂਸਟੈਂਟ ਦੇ, ਹੈ ਨਾ। ਤਾਂ ਰੇਟ ਕਾਂਸਟੈਂਟ ਨੂੰ ਆਪਾਂ ਕਿੱਦਾਂ ਡਿਫਾਈਨ ਕਰਦੇ ਹਾਂ, ਰੇਟ ਆਫ ਅ ਰਿਐਕਸ਼ਨ ਐਟ ਯੂਨਿਟ ਕੰਸਨਟ੍ਰੇਸ਼ਨ ਆਫ ਰਿਐਕਟੈਂਟ। ਯੂਨਿਟ ਕੰਸਨਟ੍ਰੇਸ਼ਨ मतलब 1 मोलर। अगर ਤੁਸੀਂ ਰਿਐਕਟੈਂਟ ਦੀ ਜੋ ਕੰਸਨਟ੍ਰੇਸ਼ਨ ਹੈ ਉਹ 1 ਮੋਲਰ ਲੈ ਲਓ ਤਾਂ ਜੋ ਤੁਹਾਡੀ ਰੇਟ ਆਫ ਰਿਐਕਸ਼ਨ ਆਏਗੀ ਉਹ ਕਾਦੇ ਕੋਲ ਆਏਗੀ ਤੁਹਾਡੇ रेट कांस्टेंट। जो रेट कांस्टेंट है वो थोड़ी कंसंट्रेशन पे डिपेंड नहीं करता, सिर्फ ते सिर्फ थोड़ी टेंपरेचर ते कैटलिस्ट पे डिपेंड करता है। वेरी इंपॉर्टेंट पॉइंट। रेट कांस्टेंट ओनली डिपेंड्स अपॉन टेंपरेचर एंड कैटलिस्ट। आप आगे जाके पढ़ांगे डिपेंडेंस ऑफ रेट कांस्टेंट ऑन टेंपरेचर। ठीक है, आप अर्हेनियस इक्वेशन पढ़ांगे उससे समझावा। ठीक है। नेक्स्ट टर्म आती है थोड़ी ऑर्डर ऑफ अ रिएक्शन, बहुत ही ज्यादा इंपॉर्टेंट है। ऑर्डर ऑफ रिएक्शन मतलब एक सिंपल रेट लो के अकॉर्डिंग अगर आप एक गिवन रिएक्शन दे ਲਈ रेट लो लिखिए तो कादी को लिख रहे हैं ਆਪਾਂ कि a ਦੀ ਪਾਵਰ x b ਦੀ ਪਾਵਰ y। ਤਾਂ ਜੋ ਤੁਹਾਡੀ ਪਾਵਰ ਦੇਖੋ x ਹੈ ਉਹਨੂੰ ਆਪਾਂ ਬੋਲਦੇ ਹਾਂ ਆਰਡਰ ਆਫ ਰਿਐਕਸ਼ਨ ਵਿਦ ਰਿਸਪੈਕਟ ਟੂ a। ਜਿਸ ਦੀ ਪਾਵਰ ਆਪਾਂ ਲਿਖ ਰਹੇ ਹਾਂ ਤਾਂ ਉਹ ਆਰਡਰ ਉਸੇ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਦੇ ਰਿਸਪੈਕਟ ਦੇ ਨਾਲ ਹੁੰਦਾ ਹੈ। ਇੱਥੇ ਦੇਖੋ ਆਪਾਂ b ਦੀ ਪਾਵਰ y ਲਿਖੀ ਹੈ, that means ਜੋ ਤੁਹਾਡਾ y ਹੈ that is the order of reaction with respect to b। ਤਾਂ ਅਗਰ ਤੁਸੀਂ ਕੰਪਲੀਟ ਰਿਐਕਸ਼ਨ ਦਾ ਆਰਡਰ ਲਿਖਣਾ ਹੈ ਤਾਂ ਜੋ ਵੀ ਤੁਹਾਡੀ ਇੱਥੇ ਪਾਵਰਸ ਨੇ ਸਭ ਨੂੰ ਐਡ ਕਰ। ਇੱਥੇ ਪਾਵਰਸ ਕਿਹੜੀ ਕਿਹੜੀਆਂ ਨੇ x ਤੇ y। ਤਾਂ x y ਇਕੁਅਲ ਟੂ n ਜੋ ਵੀ ਤੁਹਾਡੀ ਵੈਲਿਊ ਆਏਗੀ ਉਸ ਨੂੰ ਆਪਾਂ ਬੋਲਾਂਗੇ ਓਵਰਆਲ ਆਰਡਰ ਆਫ ਰਿਐਕਸ਼ਨ। ਓਵਰਆਲ ਆਰਡਰ ਆਫ ਰਿਐਕਸ਼ਨ। ਤਾਂ ਜੋ ਤੁਹਾਡਾ ਆਰਡਰ ਹੁੰਦਾ ਹੈ ਕਿਸੇ ਵੀ ਰਿਐਕਸ਼ਨ ਦਾ ਉਹ ਜ਼ੀਰੋ ਵੀ ਹੋ ਸਕਦਾ ਹੈ, ਪੋਜ਼ਿਟਿਵ ਵੀ ਹੋ ਸਕਦਾ ਹੈ, 네ਗੇਟਿਵ ਵੀ ਆ ਸਕਦਾ ਹੈ, ਕੋਈ ਫ੍ਰੈਕਸ਼ਨਲ ਵੈਲਿਊ ਵੀ ਆ ਸਕਦੀ ਹੈ। ਦੂਸਰਾ ਪੁਆਇੰਟ ਮੈਂ ਆਲਰੇਡੀ ਦੱਸ ਚੁੱਕਿਆ ਹਾਂ ਕਿ ਜੋ ਤੁਹਾਡਾ ਆਰਡਰ ਆਫ ਰਿਐਕਸ਼ਨ ਹੁੰਦਾ ਹੈ ਉਹ ਇੱਕ ਐਕਸਪੈਰੀਮੈਂਟਲ ਕੁਆਂਟੀਟੀ ਹੈ। ਉਸ ਨੂੰ ਸਿਰਫ ਤੁਸੀਂ ਐਕਸਪੈਰੀਮੈਂਟ ਕਰਨ ਤੋਂ ਬਾਅਦ ਹੀ ਦੱਸ ਸਕਦੇ ਹੋ ਕਿ ਜੋ ਤੁਹਾਡਾ A ਦੀ ਕੰਸਨਟ੍ਰੇਸ਼ਨ ਹੈ ਉਹ ਕਿੱਦਾਂ ਇਫੈਕਟ ਕਰੇਗੀ ਤੁਹਾਡੇ ਰੇਟ ਨੂੰ
ਤੇ ਜੋ ਤੁਹਾਡੀ B ਦੀ ਕਨਸੈਂਟ੍ਰੇਸ਼ਨ ਹੈ ਉਹ ਕਿੱਦਾਂ ਇਫੈਕਟ ਕਰੇਗੀ ਤੁਹਾਡੇ ਰੇਟ ਆਫ ਕੈਮੀਕਲ ਰਿਐਕਸ਼ਨ। ਤਾਂ ਜੋ ਵੀ ਤੁਹਾਡੀ ਆਰਡਰ ਆਏਗੀ ਆਪਾਂ ਉਸੇ ਦੇ ਅਕੋਰਡਿੰਗ ਤੁਹਾਡਾ ਰੇਟ ਲਓ ਫॉर दैट ਪਾਰਟਿਕੂਲਰ ਰਿਐਕਸ਼ਨ ਉਹ ਆਪਾਂ ਲਿਖ ਦਿੰਦੇ ਹਾਂ। ਪੁਆਇੰਟ ਕਲੀਅਰ ਹੈ ਇੱਥੋਂ ਤੱਕ? देखो ਇੱਥੇ ਉਹੀ ਚੀਜ਼ ਮੈਂ ਐਕਸਪਲੇਨ ਕੀਤੀ ਹੈ ਕਿ ਰੇਟ ਅਗਰ ਤੁਸੀਂ ਲਿਖਦੇ ਹੋ ਇਕੁਅਲ ਟੂ k a ਦੀ ਪਾਵਰ a ਤੇ b ਦੀ ਪਾਵਰ b, ਤਾਂ ਇੱਥੇ ਜੋ a ਹੈ ਉਹ ਕੀ ਰਿਪਰੈਜ਼ੈਂਟ ਕਰਦਾ ਹੈ ਆਰਡਰ ਆਫ ਰਿਐਕਸ਼ਨ ਵਿਦ ਰਿਸਪੈਕਟ ਟੂ a, ਐਂਡ ਜੋ ਸਮਾਲ b ਹੈ ਉਹ ਕੀ ਰਿਪਰੈਜ਼ੈਂਟ ਕਰਦਾ ਹੈ ਆਰਡਰ ਆਫ ਰਿਐਕਸ਼ਨ ਵਿਦ ਰਿਸਪੈਕਟ ਟੂ b। ਤੇ ਜੋ ਸਕੁਆਇਰ ਬ੍ਰੈਕਟਸ ਤੁਹਾਨੂੰ ਪਤਾ ਹੈ ਕੰਸੈਂਟ੍ਰੇਸ਼ਨ ਟਰਮਸ ਨੂੰ ਰਿਪਰੈਜ਼ੈਂਟ ਕਰਦੀਆਂ ਨੇ, k ਤੁਹਾਡਾ ਰੇਟ ਕਾਂਸਟੈਂਟ ਹੁੰਦਾ ਹੈ ਤੇ ਜੋ ਤੁਹਾਡਾ r ਹੈ ਉਹ ਰੇਟ ਆਫ ਰਿਐਕਸ਼ਨ ਹੁੰਦਾ ਹੈ ਜਿਹਦੀਆਂ ਯੂਨਿਟਸ ਕੀ ਹੁੰਦੀਆਂ ਨੇ ਮੋਲ ਪਰ ਲੀਟਰ ਪਰ ਸੈਕਿੰਡ। ਤੇ ਤੁਹਾਨੂੰ ਪਤਾ ਹੈ 1 ਲੀਟਰ ਕਾਦੇ ਇਕੁਅਲ ਹੁੰਦਾ ਹੈ 1 ਡੈਸੀਮੀਟਰ ਕਿਊਬ ਦੇ, ਤਾਂ ਸਮ ਟਾਈਮਸ ਲੀਟਰ ਨੂੰ ਡੈਸੀਮੀਟਰ ਕਿਊਬ ਵੀ ਲਿਖ ਦਿੱਤਾ ਜਾਂਦਾ ਹੈ। ਓਕੇ, ਨੈਕਸਟ ਕੈਲਕੂਲੇਟ ਦਾ ਰੇਟ ਲਾਅ ਆਰਡਰ। ਆ ਦੇਖੋ ਤੁਹਾਨੂੰ ਰਿਐਕਸ਼ਨਸ ਲਿਖੀਆਂ ਹੋਈਆਂ ਨੇ ਉਹਨਾਂ ਦਾ ਰੇਟ ਲਾਅ ਲਿਖਿਆ ਹੋਇਆ ਹੈ। ਇੱਥੇ ਤੁਸੀਂ ਆਰਡਰ ਆਫ ਰਿਐਕਸ਼ਨ ਦੱਸਣਾ ਹੈ ਕਿ ਆਰਡਰ ਜੋ ਗਿਵਨ ਰਿਐਕਸ਼ਨ ਆ ਉਹਦਾ ਆਰਡਰ ਕੀ ਹੋਏਗਾ। ਆਰਡਰ ਲਈ ਕੀ ਕਰਦੇ ਹਾਂ ਆਪਾਂ ਪਾਵਰਸ ਨੂੰ ਐਡ ਕਰ ਦਿੰਦੇ ਹਾਂ ਜਸਟ, ਹੈ ਨਾ, ਪਾਵਰਸ ਨੂੰ ਕੀ ਕਰਨਾ ਹੈ ਆਪਾਂ ਐਡ। ਤਾਂ ਇੱਥੇ ਦੱਸੋ ਆਰਡਰ ਕਿੰਨਾ ਆਏਗਾ ਫਸਟ ਰਿਐਕਸ਼ਨ ਲਈ 3, ਇੱਥੇ 2 ਪਾਵਰ ਹੈ 1 ਲੀਟਰ ਇਕੁਅਲ ਟੂ 1 ਡੈਸੀਮੀਟਰ ਕਿਊਬ। ਆਰਡਰ ਦੇਖੋ ਇੱਥੇ NO ਦੇ ਰਿਸਪੈਕਟ ਨਾਲ ਪਾਵਰ ਕਿੰਨੀ ਹੈ 2, ਆਕਸੀਜਨ ਦੇ ਰਿਸਪੈਕਟ ਨਾਲ ਪਾਵਰ ਕਿੰਨੀ ਹੈ 1, ਤਾਂ ਆਰਡਰ ਕਿੰਨਾ ਹੋ ਗਿਆ 2 plus 1 ਕਿੰਨਾ ਹੋ ਗਿਆ ਟੋਟਲ 3। ਠੀਕ ਹੈ, ਸਿਮਿਲਰਲੀ ਨੀਚੇ ਵਾਲੇ ਦਾ ਆਰਡਰ ਦੱਸੋ। ਅੱਛਾ ਦੇਖੋ ਪੇਪਰ 'ਚ ਇਹ ਵੀ ਪੁੱਛ ਸਕਦੇ ਨੇ ਕਿ ਵਿਦ ਰਿਸਪੈਕਟ ਟੂ ਆਕਸੀਜਨ ਆਰਡਰ ਕਿੰਨਾ ਹੈ ਫਸਟ ਰਿਐਕਸ਼ਨ ਦੀ, ਇਹਦੀ ਪਾਵਰ ਕਿੰਨੀ ਹੈ 1, ਤਾਂ ਮਤਲਬ 1 ਆਰਡਰ। ਠੀਕ ਹੈ, ਨੈਕਸਟ ਰਿਐਕਸ਼ਨ ਦੀ ਦੱਸੋ ਆਰਡਰ ਕਿੰਨਾ ਆਏਗਾ 3, 2 plus 1 3, next ਦੱਸੋ 1 plus 1 2, next 1, next 2, पावर्स ऐड करनी है 1, वेरी गुड, नेक्स्ट 1 plus half 1 plus half कितना होता है 3/2, next 1 plus 1 2। ਤਾਂ ਆਰਡਰ ਆਫ ਰਿਐਕਸ਼ਨ ਈਜ਼ੀ ਹੈ ਨਾ ਕੱਢਣਾ। ਤਾਂ ਅਗਰ ਤੁਹਾਨੂੰ ਪੇਪਰ 'ਚ ਇਦਾਂ ਰੇਟ ਲਾਅ ਲਿਖਿਆ ਹੈ ਤਾਂ ਤੁਸੀਂ ਆਰਡਰ ਦੇ ਕੀ ਕਰਨਾ ਹੈ ਜਸਟ ਵੈਲਿਊਸ ਨੂੰ ਪਾਵਰਸ ਨੂੰ ਐਡ ਕਰ ਦਿਓ। ਪਰ ਕੁਐਸਚਨ ਨੂੰ ਧਿਆਨ ਨਾਲ ਪੜ੍ਹ ਲੈਣਾ, ਅਗਰ ਉਹਨਾਂ ਨੇ ਲਿਖਿਆ ਹੈ ਆਰਡਰ ਆਫ ਅ ਕੈਮੀਕਲ ਰਿਐਕਸ਼ਨ ਤਾਂ ਤੁਸੀਂ ਐਡ ਕਰਨਾ ਹੈ। ਅਗਰ ਉਹਨਾਂ ਨੇ ਪੁੱਛ ਲਿਆ ਆਰਡਰ ਵਿਦ ਰਿਸਪੈਕਟ ਟੂ ਦਿਸ पर्टिकुलर रिएक्टेंट पूछ लिया था जेडी ओदी पावर है वो भी आंसर रिपोर्ट करो, है ना। फॉर एग्जांपल मान लो थोड़े कोल आह रिएक्शन है ना, तो ਇਹਦੇ ਲਈ अगर मैं पूछना व्हाट इज द ऑर्डर with respect to H2, with respect to H2 ऑर्डर कितना आएगा 1। तो अगर मैं पूछना with respect to ब्रोमीन तो ऑर्डर कितना आएगा 1/। पॉइंट क्लियर है ना। ਨੈਕਸਟ ਆਂਦਾ ਹੈ ਤੁਹਾਡਾ ਯੂਨਿਟਸ ਆਫ ਰੇਟ ਕਾਂਸਟੈਂਟ। ਦੇਖੋ ਆਪਾਂ ਸਭ ਤੋਂ ਪਹਿਲਾਂ ਕਾਦੇ ਯੂਨਿਟ ਪੜ੍ਹ ਕੇ ਆਏ ਆ ਰੇਟ ਆਫ ਰਿਐਕਸ਼ਨ, ਹੈ ਨਾ। ਤਾਂ ਤੁਹਾਨੂੰ ਪਤਾ ਹੈ ਮੈਂ ਹੁਣੇ ਲਿਖਵਾ ਕੇ ਹਟਿਆ ਹਾਂ ਕਿ ਜੋ ਤੁਹਾਡਾ ਰੇਟ ਹੈ ਉਹ ਕਾਦੇ ਇਕੁਅਲ ਹੁੰਦਾ ਹੈ ਰੇਟ ਕਾਂਸਟੈਂਟ a ਦੀ ਪਾਵਰ x ਤੇ b ਦੀ ਪਾਵਰ y। ਦੇਖੋ ਇਦਾਂ ਫॉर द ਟਾਈਮਿੰਗ ਅਗਰ ਆਪਾਂ ਇਹਨੂੰ ਆਈ ਕੰਸੀਡਰ ਕਰ ਲੈਂਗੇ ਹਾਂ, ਹੈ ਨਾ, ਸਿੰਪਲੀਸਿਟੀ ਲਈ ਕਿ k a ਦੀ ਪਾਵਰ n ਲੈ ਲੈਂਗੇ। ਰੀਜ਼ਨ ਕੀ ਹੈ ਦੇਖੋ ਆ ਵੀ ਕੰਸੈਂਟ੍ਰੇਸ਼ਨ ਹੈ ਆ ਵੀ ਕੰਸੈਂਟ੍ਰੇਸ਼ਨ ਹੈ ਨਾ, ਤਾਂ ਕੰਸੈਂਟ੍ਰੇਸ਼ਨ ਦੀ ਯੂਨਿਟ ਤਾਂ ਸੇਮ ਹੀ ਹੈ ਨਾ। ਤਾਂ ਆਪਾਂ ਇਹਨੂੰ ਸਿੰਪਲੀਫਾਈ ਕਰਨ ਦੇ ਲਈ ਤਾਂ ਰੇਟ ਨੂੰ ਕਾਦੇ ਕੋਲ ਰੱਖ ਲੈਂਗੇ ਹਾਂ ਕਿ a ਦੀ ਪਾਵਰ n, n ਕੀ ਤੁਹਾਡਾ ਆਰਡਰ ਆਫ ਰਿਐਕਸ਼ਨ ਹੈ। ਤਾਂ ਇੱਥੋਂ ਜੋ ਤੁਹਾਡਾ ਰੇਟ ਕਾਂਸਟੈਂਟ ਹੈ ਉਹ ਕਾਦੇ ਕੋਲ ਆਏਗਾ ਰੇਟ डिवाइड बाई कंसंट्रेशन की पावर n। ਹੁਣ ਦੇਖੋ ਰੇਟ ਦੀ ਯੂਨਿਟ ਕੀ ਹੁੰਦੀ ਹੈ ਮੋਲ ਪਰ ਲੀਟਰ ਪਰ ਸੈਕਿੰਡ, ਹੈ ਨਾ। ਤੇ ਇੱਥੇ ਕੀ ਹੈ 1 ਬਾਈ ਕੰਸੰਟ੍ਰੇਸ਼ਨ, ਕੰਸੰਟ੍ਰੇਸ਼ਨ ਦੀ ਯੂਨਿਟ ਕੀ ਹੁੰਦੀ ਹੈ ਮੋਲ ਪਰ ਲੀਟਰ ਦੀ ਪਾਵਰ ਕੀ ਹੈ n। ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਤੁਹਾਡੀ ਜੋ ਰੇਟ ਕਾਂਸਟੈਂਟ ਦੀ ਯੂਨਿਟ ਹੈ ਉਹ ਕੀ ਬਣ ਜਾਏਗੀ ਮੋਲ 1 n ਪਾਵਰ 1 n ਲੀਟਰ n 1 per second। So this is the general expression to calculate the units of rate constant। ठीक है, मतलब जिमें जिमें n वैरी करेगा उदा उदा जो थोड़ी रेट कांस्टेंट ਦੀਆਂ यूनिट्स ने वो चेंज हो सकਦੀਆਂ ਨੇ। अगर मान लो थोड़ा n कितना है 0, ऑर्डर कितना है 0, तो n 0 ਤੇ ਪੁੱਟ ਕਰੋ ਇੱਥੇ ਕੀ ਆ ਜਾਏਗਾ ਮੋਲ
1 माइनस 0 मतलब मोल, ठीक है। ਇੱਥੇ ਪੁੱਟ ਕਰੋ 0, ਇੱਥੇ ਕੀ ਆ ਜਾਏਗਾ लीटर। 0 माइनस 1, 0 माइनस 1 मतलब -1 मतलब पर लीटर पर सेकंड। ਤਾਂ ਧਿਆਨ ਰੱਖਣਾ, ਕਈ ਵਾਰ ਤੁਹਾਨੂੰ ਪੇਪਰ 'ਚ ਕੁਐਸਚਨ ਦਿੱਤਾ ਹੁੰਦਾ ਹੈ ਕਿ ਤੁਹਾਨੂੰ ਰੇਟ ਕਾਂਸਟੈਂਟ ਦੀ ਵੈਲਿਊ ਦੇਤੀ, ਮੰਨ ਲਓ 4.8 ਪਰ ਸੈਕਿੰਡ ਦੇਤੀ, ਤਾਂ ਪੁੱਛ ਸਕਦੇ ਨੇ ਤੁਹਾਨੂੰ ਕਿ ਦੱਸੋ ਇਹ ਜੋ ਰੇਟ ਕਾਂਸਟੈਂਟ ਹੈ ਉਹ ਕਿਸ ਆਰਡਰ ਨੂੰ ਰਿਪਰੈਜ਼ੈਂਟ ਕਰਦਾ ਹੈ, ਠੀਕ ਹੈ। ਤਾਂ ਇਹ ਮਤਲਬ ਜੋ ਰੇਟ ਕਾਂਸਟੈਂਟ ਦੀਆਂ ਯੂਨਿਟਸ ਹੁੰਦੀਆਂ ਨੇ, ਰੇਟ ਕਾਂਸਟੈਂਟ ਦੀਆਂ ਜੋ ਯੂਨਿਟਸ ਹੁੰਦੀਆਂ ਨੇ ਉਹ ਤੁਹਾਨੂੰ ਕਲੀਅਰਲੀ ਸਪੈਸੀਫਾਈ ਕਰ ਦਿੰਦੀਆਂ ਨੇ ਕਿ ਜੋ ਤੁਹਾਡੀ ਗਿਵਨ ਇਕੁਏਸ਼ਨ ਹੈ ਉਹਦਾ ਆਰਡਰ ਕੀ ਹੈ। ਇੱਥੇ ਅਗਰ ਪਰ ਸੈਕਿੰਡ ਹੈ ਤਾਂ ਪਰ ਸੈਕਿੰਡ ਦਾ ਮਤਲਬ ਕੀ ਹੈ, ਜੋ ਤੁਹਾਡਾ ਆਰਡਰ ਹੈ ਉਹ ਕਿੰਨਾ ਹੈ, ਫਸਟ ਹੈ। ਸਿਮਿਲਰਲੀ ਅਗਰ ਤੁਸੀਂ n ਨੂੰ 2 ਪੁੱਟ ਕਰੋਗੇ ਤਾਂ ਇੱਥੇ n ਨੂੰ 2 ਪੁੱਟ ਕਰੋ ਤਾਂ ਜੋ ਤੁਹਾਡੀਆਂ ਰੇਟ ਕਾਂਸਟੈਂਟ ਦੀਆਂ ਯੂਨਿਟਸ ਆਣਗੀਆਂ ਉਹ ਇਹ ਆ ਜਾਣਗੀਆਂ, ਠੀਕ ਹੈ। ਤਾਂ ਤੁਸੀਂ ਰੇਟ ਕਾਂਸਟੈਂਟ ਦੀਆਂ ਯੂਨਿਟਸ ਨੂੰ ਦੇਖ ਕੇ ਆਰਡਰ ਦੱਸ ਸਕਦੇ ਹੋ ਕਿ ਜੋ ਤੁਹਾਡੀ ਆਹ ਪਾਰਟਿਕੂਲਰ ਰਿਐਕਸ਼ਨ ਹੈ ਉਹਦਾ ਆਰਡਰ ਕੀ ਹੈ। क्लियर है पॉइंट, इस पॉइंट को दिमाग से रख लो, नोट कर लो, ठीक है। यूनिट्स ऑफ लिख सकते हो, यूनिट्स ऑफ रेट कांस्टेंट can be used, can be used to check the order of the reaction, to check the order of the reaction ਕਿ ਜੋ ਤੁਹਾਡੀ ਰਿਐਕਸ਼ਨ ਹੈ ਉਹਦਾ ਆਰਡਰ ਕਿੰਨਾ ਹੋਏਗਾ ਉਹ ਤੁਸੀਂ ਰੇਟ ਕਾਂਸਟੈਂਟ ਦੀਆਂ ਯੂਨਿਟਸ ਤੋਂ ਚੈੱਕ ਕਰ ਸਕਦੇ ਹੋ। ਕਲੀਅਰ ਹੈ ਪॉइंट। ਨੈਕਸਟ ਜੋ ਤੁਹਾਡੀ ਰਿਐਕਸ਼ਨ ਹੈ ਉਹ ਨਾ ਬੇਸਿਕਲੀ ਦੋ ਮੈਕੈਨਿਜ਼ਮ ਹੁੰਦੇ ਨੇ ਕਿਸੇ ਵੀ ਕੈਮੀਕਲ ਰਿਐਕਸ਼ਨ 'ਚ, ਇੱਕ ਹੁੰਦਾ ਹੈ ਐਲੀਮੈਂਟਰੀ, ਇੱਕ ਹੁੰਦਾ ਹੈ ਕੰਪਲੈਕਸ। ਐਲੀਮੈਂਟਰੀ ਰਿਐਕਸ਼ਨ ਮਤਲਬ ਜੋ ਇੱਕ ਸਿੰਗਲ ਸਟੈਪ ਦੇ ਵਿੱਚ ਕੰਪਲੀਟ ਹੋ ਜਾਂਦੀਆਂ ਨੇ, ਜੋ ਇੱਕ ਸਿੰਗਲ ਸਟੈਪ ਦੇ ਵਿੱਚ ਕੰਪਲੀਟ ਹੋ ਜਾਂਦੀਆਂ। ਫॉर एग्जांपल ਮੰਨ ਲਓ ਅਗਰ ਤੁਹਾਨੂੰ ਗਿਵਨ ਹੈ ਕਿ a b ਜੋ ਤੁਹਾਡਾ ਪ੍ਰੋਡਕਟ ਦੇ ਰਿਹਾ ਹੈ ਉਹ ਇੱਕ ਐਲੀਮੈਂਟਰੀ ਰਿਐਕਸ਼ਨ ਹੈ, ਤਾਂ ਐਲੀਮੈਂਟਰੀ ਰਿਐਕਸ਼ਨ ਦੇ ਲਈ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਐਲੀਮੈਂਟਰੀ ਰਿਐਕਸ਼ਨ ਦੇ ਲਈ ਜੋ ਵੀ ਕੋਐਫੀਸ਼ੀਐਂਟਸ ਹੁੰਦੇ ਨੇ A ਤੇ B ਦੇ ਰਿਐਕਟੈਂਟ ਦੇ ਉਹੀ ਉਹਨਾਂ ਦੇ ਪਾਵਰਸ ਹੁੰਦੀਆਂ ਨੇ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਆ। ਫॉर ਐਲੀਮੈਂਟਰੀ ਰਿਐਕਸ਼ਨ ਆਰਡਰ is equal to ਜੋ ਉਹਦਾ ਆਰਡਰ ਹੁੰਦਾ ਹੈ ਉਹ ਕਾਹਦੇ ਇਕੁਅਲ ਹੁੰਦਾ ਹੈ, ਸਮ ਆਫ ਕੋਐਫੀਸ਼ੀਐਂਟ ਆਫ ਰਿਐਕਟੈਂਟ। ਜੋ ਵੀ ਤੁਹਾਡੇ ਰਿਐਕਟੈਂਟ ਨੇ ਉਹਨਾਂ ਦੇ ਕੋਐਫੀਸ਼ੀਐਂਟ ਦਾ ਅਗਰ ਤੁਸੀਂ ਸਮ ਕਰ ਦੋ ਉਹ ਤੁਹਾਡਾ ਓਵਰਆਲ ਆਰਡਰ ਬਣ ਜਾਂਦਾ ਹੈ ਉਸ ਰਿਐਕਸ਼ਨ ਦੇ। फॉर एग्जांपल आज जो ਤੁਹਾਨੂੰ ਗਿਵਨ ਰਿਐਕਸ਼ਨ ਹੈ ਅਗਰ ਇਹ ਐਲੀਮੈਂਟਰੀ ਗਿਵਨ ਹੈ ਤਾਂ ਇਹਦਾ ਮਤਲਬ ਅਤੇ ਕੋਐਫੀਸ਼ੀਐਂਟ ਕਿੰਨੇ ਨੇ 1 + 1, ਤਾਂ ਆਰਡਰ ਕੀ ਬਣ ਗਿਆ ਇਸ ਰਿਐਕਸ਼ਨ ਦੀ ਤੁਹਾਡਾ 2। ਪਰ ਧਿਆਨ ਰੱਖਣਾ ਇਹ ਸਪੈਸੀਫਿਕ ਮੈਂਸ਼ਨ ਹੋਣਾ ਚਾਹੀਦਾ ਹੈ ਰਿਐਕਸ਼ਨ ਦੇ ਵਿੱਚ ਕਿ ਜੋ ਤੁਹਾਨੂੰ ਗਿਵਨ ਰਿਐਕਸ਼ਨ ਹੈ ਉਹ ਤੁਹਾਡੀ ਇੱਕ ਐਲੀਮੈਂਟਰੀ ਰਿਐਕਸ਼ਨ ਹੈ, ਤਾਂ ਉਹਦੇ ਲਈ ਤੁਸੀਂ ਰੇਟ ਲੋ ਕਿੱਦਾਂ ਲਿਖੋਗੇ k a ਦੀ ਪਾਵਰ 1 b ਦੀ ਪਾਵਰ 1। पॉइंट क्लियर है। दूसरा इंपॉर्टेंट पॉइंट है कि एलिमेंट्री जो रिएक्शंस ਹੁੰਦੀਆਂ ਨੇ ਉਹ ਫ੍ਰੈਕਸ਼ਨਲ ਆਰਡਰ ਨਹੀਂ ਹੋ ਸਕਦਾ। ਦੇਖੋ ਫ੍ਰੈਕਸ਼ਨਲ ਦਾ ਮਤਲਬ ਕੀ ਹੁੰਦਾ ਹੈ ਕਿ ਤੁਹਾਡਾ ਹਾਫ ਮੋਲੀਕੂਲ ਰਿਐਕਟ ਕਰ ਸਕਦਾ ਹੈ, ਮੋਲੀਕੂਲ ਤਾਂ ਪੂਰੇ ਦਾ ਪੂਰਾ ਹੀ ਰਿਐਕਟ ਕਰੂਗਾ ਨਾ। ਜੋ ਕਿ ਆਪਾਂ ਹਾਫ ਲਿਖਦੇ ਹਾਂ ਉਹਦਾ ਮਤਲਬ ਹੁੰਦਾ ਹਾਫ ਮੋਲ ਆਫ दैट कि ਇੰਨੇ ਪਾਰਟੀਕਲਸ ਮਤਲਬ 6.022 into 10 raised to power 23 ਪਾਰਟੀਕਲਸ ਹੈ ਤਾਂ ਉਹਦੇ ਹਾਫ ਪਾਰਟੀਕਲਸ ਰਿਐਕਟ ਕਰਨਗੇ ਰਿਐਕਸ਼ਨ ਦੇ ਵਿੱਚ। ਤਾਂ ਕਦੇ ਵੀ ਐਦਾਂ ਤਾਂ ਨਹੀਂ ਹੋਏਗਾ ਨਾ ਕਿ ਮੋਲੀਕੂਲ ਅੱਧਾ ਮੋਲੀਕੂਲ ਰਿਐਕਟ ਕਰ ਗਿਆ। ਤਾਂ ਐਲੀਮੈਂਟਰੀ ਰਿਐਕਸ਼ਨ ਦੇ ਵਿੱਚ ਕਦੇ ਵੀ ਫ੍ਰੈਕਸ਼ਨਲ ਆਰਡਰ ਤੁਹਾਡਾ ਪੋਸੀਬਲ ਨਹੀਂ ਹੈ। ਤਾਂ ਇਹ ਕੁਝ ਇੰਪੋਰਟੈਂਟ ਪੁਆਇੰਟਸ ਹੈ, ਇਸ ਨੂੰ ਤੁਸੀਂ ਦਿਮਾਗ ਦੇ ਵਿੱਚ ਰੱਖਣਾ। ਜਦ ਕਿ ਦੇਖੋ ਜੋ ਤੁਹਾਡਾ ਕੰਪਲੈਕਸ ਰਿਐਕਸ਼ਨ ਹੁੰਦਾ ਹੈ ਉਹ ਮਲਟੀ ਸਟੈਪ ਦੇ ਵਿੱਚ ਕੰਪਲੀਟ ਹੁੰਦਾ ਹੈ, ਇੱਕ ਸਿੰਗਲ ਸਟੈਪ ਦੇ ਵਿੱਚ ਕੰਪਲੀਟ ਨਹੀਂ ਹੁੰਦਾ। ਤਾਂ ਜੋ ਵੀ ਕੰਪਲੈਕਸ ਰਿਐਕਸ਼ਨ ਹੈ ਕਿਉਂਕਿ ਉਹ ਕਾਫੀ ਸਾਰੇ ਸਟੈਪ ਦੇ ਵਿੱਚ ਹੁੰਦੀ ਹੈ ਹਨਾ, ਤਾਂ ਜੋ ਵੀ ਉਹ ਸਾਰੇ ਸਟੈਪ ਦੇ ਵਿੱਚੋਂ ਸਭ ਤੋਂ ਸਲੋਐਸਟ ਸਟੈਪ ਹੈ ਜੋ ਰਿਐਕਸ਼ਨ ਦੀ ਰੇਟ ਹੈ ਉਸੇ ਤੇ ਹੀ ਡਿਪੈਂਡ ਕਰੇਗੀ, ਜਿਹਨੂੰ ਆਪਾਂ ਬੋਲਦੇ ਹਾਂ ਰੇਟ ਡਿਟਰਮਾਈਨਿੰਗ ਸਟੈਪ। ਮੰਨ ਲਓ ਤੁਹਾਡੀ ਸਟੈਪ 1 ਹੈ ਰਿਐਕਸ਼ਨ ਦੇ ਵਿੱਚ, ਸਟੈਪ 2 ਹੈ ਤੇ ਸਟੈਪ 3 ਹੈ। ਮੰਨ ਲਓ ਸਟੈਪ 2 ਤੁਹਾਡਾ ਸਲੋ ਸਟੈਪ ਹੈ ਤਾਂ ਜੋ ਤੁਹਾਡੀ ਰਿਐਕਸ਼ਨ ਦੀ ਰੇਟ ਹੈ ਉਹ ਸਿਰਫ ਸਟੈਪ 2 ਤੇ ਹੀ ਡਿਪੈਂਡ ਕਰੇਗੀ, ਬਾਕੀ ਦੋਨੋਂ ਸਟੈਪਸ ਤੇ ਰੇਟ ਡਿਪੈਂਡ ਨਹੀਂ ਕਰੇਗੀ। ਕਿਉਂਕਿ ਜੋ ਬੇਸਿਕਲੀ ਤੁਹਾਡੇ ਰਿਐਕਸ਼ਨ ਨੂੰ ਜ਼ਿਆਦਾ ਟਾਈਮ ਲਗਾ ਰਿਹਾ ਹੈ ਕਰਨ ਤੇ ਉਹੀ ਰਿਐਕਸ਼ਨ ਤੁਹਾਡੀ ਰੇਟ ਨੂੰ ਡਿਟਰਮਾਈਨ ਕਰੇਗੀ। ਜੋ ਰਿਐਕਸ਼ਨ ਹੋ ਹੀ ਰਹੀ ਫਾਸਟ ਹੋ ਰਹੀ ਹੈ ਉਹ ਤੁਹਾਡੇ ਰੇਟ ਨੂੰ ਡਿਪੈਂਡ ਨਹੀਂ ਕਰੇਗੀ। पॉइंट क्लियर है। ਸੈਕਿੰਡ ਇੰਪੋਰਟੈਂਟ ਪੁਆਇੰਟ ਕਿ ਜੋ ਵੀ ਤੁਸੀਂ ਰੇਟ ਨੂੰ ਕਨਸੈਂਟ੍ਰੇਸ਼ਨ ਆਫ ਰਿਐਕਟੈਂਟ ਦੀ ਰਿਸਪੈਕਟ ਦੇ ਨਾਲ ਲਿਖਦੇ ਹੋ
ਤਾਂ ਉਹ ਰੇਟ ਲਾਅ ਦੇ ਵਿੱਚ ਇੰਟਰਮੀਡੀਏਟ ਦੀ ਕੰਸੈਂਟ੍ਰੇਸ਼ਨ ਨਹੀਂ ਲੈਣੀ, ਉਹਨੂੰ ਉਹਦੇ ਵਿੱਚ ਇੰਟਰਮੀਡੀਏਟ ਨਹੀਂ ਹੋਣਾ ਚਾਹੀਦਾ। ਫॉर एग्जांपल ਅਗਰ ਮੰਨ ਲਓ ਕੋਈ ਵੀ ਤੁਸੀਂ ਰੇਟ ਲਿਖ ਰਹੇ ਹੋ, ਤਾਂ ਰੇਟ ਨੂੰ ਅਗਰ ਤੁਸੀਂ ਕਿਸੇ ਇੰਟਰਮੀਡੀਏਟ ਦੀ ਫਾਰਮ ਚ ਐਕਸਪ੍ਰੈਸ ਕਰਦੇ ਹੋ ਤਾਂ ਤੁਹਾਡਾ ਜੋ ਰੇਟ ਲੋ ਹੈ ਉਹ ਵੈਲਿਡ ਨਹੀਂ ਹੁੰਦਾ। ਹਮੇਸ਼ਾ ਰੇਟ ਲੋ ਨੂੰ ਤੁਸੀਂ ਇੰਟਰਮੀਡੀਏਟ ਦੀ ਕੰਸੈਂਟ੍ਰੇਸ਼ਨ ਦੇ ਵਿੱਚ ਐਕਸਪ੍ਰੈਸ ਨਹੀਂ ਕਰਨਾ। ਆਪਾਂ ਅੱਗੇ ਐਗਜ਼ਾਮਪਲ ਦੇ ਥਰੂ ਮੈਂ ਤੁਹਾਨੂੰ ਐਕਸਪਲੇਨ ਕਰਦਾ, ਠੀਕ ਹੈ, ਕਿ ਆਪਾਂ ਕਿੱਦਾਂ ਮੈਂ ਗੱਲ ਜੋ ਕਹਿ ਰਿਹਾ ਹਾਂ ਉਹਦਾ ਮਤਲਬ ਕੀ ਹੈ। ਪੁਆਇੰਟ ਕਲੀਅਰ ਹੈ ਤੁਹਾਨੂੰ? ਐਲੀਮੈਂਟਰੀ ਰਿਐਕਸ਼ਨਸ ਤੇ ਕੰਪਲੈਕਸ ਰਿਐਕਸ਼ਨਸ ਕੀ ਨੇ? जो लास्ट वाला पॉइंट है ਉਹਨੂੰ मैं एग्जांपल ਦੇ ਰਿਸਪੈਕਟ ਦੇ ਨਾਲ ਤੁਹਾਨੂੰ ਐਕਸਪਲੇਨ ਕਰਦਾ ਹਾਂ। ਨੈਕਸਟ ਸਲਾਈਡ। ਮੰਨ ਲਓ ਇੱਕ ਪਹਿਲੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਮੰਨ ਲਓ ਤੁਹਾਡਾ ਆਹ ਹੈ ਉਹ ਦੋ ਰਿਐਕਟੈਂਟ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਰਿਹਾ ਹੈ। ਐਕਸਪੈਰੀਮੈਂਟਲੀ ਇਹ ਚੀਜ਼ ਆਬਜ਼ਰਵ ਕੀਤੀ ਗਈ ਕਿ ਜੋ ਇਹਦਾ ਰੇਟ ਲੋ ਹੈ ਉਹ ਇਦਾਂ ਆ ਰਿਹਾ ਹੈ, ਮਤਲਬ ਜੋ ਤੁਹਾਡਾ ਰੇਟ ਲੋ ਦੇ ਅਕੋਰਡਿੰਗ ਕੀ ਹੈ, ਰਿਐਕਸ਼ਨ ਕੀ ਹੈ, ਫਸਟ ਆਰਡਰ ਹੈ, ਪਾਵਰ 1 ਹੈ ਨਾ, ਫਸਟ ਆਰਡਰ ਹੈ ਵਿਦ ਰਿਸਪੈਕਟ ਟੂ ਰਿਐਕਟੈਂਟ। ਤਾਂ ਜੋ ਉਹਦਾ ਮਕੈਨਿਜ਼ਮ ਦਿੱਤਾ ਗਿਆ ਉਹ ਕੀ ਦਿੱਤਾ ਗਿਆ ਕਿ ਪਹਿਲੇ ਸਟੈਪ ਦੇ ਵਿੱਚ ਜੋ ਇੱਕ ਮੋਲੀਕਿਊਲ ਹੈ ਉਹ ਤੁਹਾਡੇ ਕਨਵਰਟ ਹੁੰਦਾ ਹੈ NO2 ਤੇ Cl ਦੇ ਵਿੱਚ, ਜੋ ਕਿ ਤੁਹਾਡਾ ਇੱਕ ਸਲੋ ਸਟੈਪ ਹੈ। ਸੈਕਿੰਡ ਸਟੈਪ ਦੇ ਵਿੱਚ ਜੋ ਦੂਸਰਾ ਮੋਲੀਕਿਊਲ ਹੈ ਉਹ ਤੁਹਾਡਾ ਜੋ Cl ਪਹਿਲੇ ਸਟੈਪ ਦੇ ਵਿੱਚ ਬਣਿਆ ਸੀ ਉਹਦੇ ਨਾਲ ਰਿਐਕਟ ਕਰਕੇ ਤੁਹਾਡਾ NO2 ਤੇ Cl2 ਬਣਾਉਂਦਾ ਹੈ, ਜੋ ਕਿ ਇੱਕ ਫਾਸਟ ਰਿਐਕਸ਼ਨ ਹੈ। ਕਿਉਂਕਿ ਇਹ ਮੋਰ ਦੈਨ ਵਨ ਸਟੈਪ ਚ ਹੋ ਰਹੀ ਹੈ ਤਾਂ ਇਹਨੂੰ ਆਪਾਂ ਕੀ ਬੋਲਾਂਗੇ ਕਿ ਇਹ ਤੁਹਾਡੀ ਇੱਕ ਕੰਪਲੈਕਸ ਰਿਐਕਸ਼ਨ। ਤਾਂ ਕੰਪਲੈਕਸ ਰਿਐਕਸ਼ਨ ਦੇ ਵਿੱਚ ਜੋ ਰੇਟ ਹੈ ਉਹ ਕਾਹਤੇ ਡਿਟਰਮਾਈਨ ਕਰਦਾ ਹੈ, ਰੇਟ ਕਾਹਤੇ ਡਿਪੈਂਡ ਕਰਦਾ ਹੈ, ਤੁਹਾਡੇ ਸਲੋ ਸਟੈਪਸ ਹੈ ਨਾ, ਰੇਟ ਡਿਪੈਂਡਸ ਔਨ ਸਲੋ ਸਟੈਪ। ਤਾਂ ਦੋਨਾਂ ਵਿੱਚੋਂ ਸਲੋ ਸਟੈਪ ਕਿਹੜਾ ਹੈ ਤੁਹਾਡਾ, ਪਹਿਲੇ ਵਾਲਾ। ਤਾਂ ਰੇਟ ਨੂੰ ਕਿੱਦਾਂ ਲਿਖੋਗੇ, R ਇਕੁਅਲ ਟੂ K, ਤੇ ਰੇਟ ਕੀ ਇਹਦੇ ਵਿੱਚ ਰਿਐਕਟੈਂਟ ਕਿਹੜਾ ਹੈ ਆ NO2Cl, ਤਾਂ ਇਹਦਾ ਰੇਟ ਆਹ ਹੈ। ਤਾਂ ਦੇਖੋ ਜੋ ਤੁਸੀਂ ਰੇਟ ਨੂੰ ਐਕਸਪ੍ਰੈਸ ਕੀਤਾ ਇਹ ਤੁਹਾਡਾ ਕੋਈ ਇੰਟਰਮੀਡੀਏਟ ਤਾਂ ਨਹੀਂ ਹੈ ਨਾ, ਇਹ ਰਿਐਕਟੈਂਟ ਦੇ ਵਿੱਚ ਆਲਰੇਡੀ ਪ੍ਰੈਜ਼ੈਂਟ ਸੀ ਆਹੀ। दैट मीन्स जो थोड़ा रेट लो है बिल्कुल सही। क्लियर है पॉइंट? इस एग्जांपल ਦੇ ਵਿੱਚ ਮੈਂ ਤੁਹਾਨੂੰ ਸਿੰਪਲ ਓਵਰਵਿਊ ਦਿੱਤਾ ਹੈ ਕਿ ਰੇਟ ਨੂੰ ਕਿੱਦਾਂ ਐਕਸਪ੍ਰੈਸ ਕਰਦੇ ਹਾਂ ਕੰਪਲੈਕਸ ਰਿਐਕਸ਼ਨ ਦੇ ਵਿੱਚ। ਹੁਣ ਜੋ ਆਪਾਂ ਸੈਕਿੰਡ ਰਿਐਕਸ਼ਨ ਪੜਾਂਗੇ, ਠੀਕ ਹੈ, ਉਹਦੇ ਵਿੱਚ ਆਪਾਂ ਥਰਡ ਪੁਆਇੰਟ ਦੇ ਵਿੱਚ ਸੀਗਾ ਕਿ ਆਪਾਂ ਜੋ ਇੰਟਰਮੀਡੀਏਟ ਹੈ ਕੋਈ ਬਣਦਾ ਹੈ ਨਾ ਉਹਨੂੰ ਆਪਾਂ ਇਕੁਇਲਿਬਰੀਅਮ ਦੇ ਰਿਸਪੈਕਟ ਨਾਲ ਡਿਫਾਈਨ ਕਰਦੇ ਹਾਂ। ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਕਿ ਕੰਫਿਊਜ਼ ਹੋ ਜਾਓਗੇ ਕਿ ਇਹਦਾ ਮਤਲਬ ਕੀ ਹੈ। ਜਦੋਂ ਮੈਂ ਤੁਹਾਨੂੰ ਰਿਐਕਸ਼ਨ ਕਰਵਾਵਾਂਗਾ ਨਾ ਐਗਜ਼ਾਮਪਲ ਤੇ ਤੁਹਾਨੂੰ ਕਲੀਅਰ ਹੋ ਜਾਏਗਾ। ਇੱਥੇ एग्जांपल ਕਰਦੇ ਹਾਂ, एग्जांपल 1 ਸੀ, ਇਹ एग्जांपल 2 ਹੈ। ਮੰਨ ਲਓ ਇੱਕ एग्जांपल ਹੈ ਤੁਹਾਡੀ, ਇਹਦੇ ਅਕੋਰਡਿੰਗ ਜੋ ਤੁਹਾਡਾ ਰੇਟ ਲੋ ਹੈ ਕਾਦੇ ਇਕੁਅਲ ਆ ਰਿਹਾ ਹੈ ਕਿ NO2 NO ਦੀ ਪਾਵਰ 2, मतलब अपना सेकंड ऑर्डर विद रिस्पेक्ट टू नाइट्रिक ऑक्साइड एंड फर्स्ट ऑर्डर है ਤੁਹਾਡਾ ਹਾਈਡਰੋਜਨ ਦਾ, ਠੀਕ ਹੈ। ਤਾਂ ਇਹ ਉਹਦਾ ਮਕੈਨਿਜ਼ਮ ਦਿੱਤਾ ਹੋਇਆ ਹੈ। ਤਾਂ ਤੁਹਾਨੂੰ ਦਿਖ ਰਿਹਾ ਹੈ ਮਕੈਨਿਜ਼ਮ ਦੇ ਵਿੱਚ ਸਲੋ ਸਟੈਪ ਕਿਹੜਾ ਹੈ, ਸੈਕਿੰਡ। ਤਾਂ ਜੋ ਤੁਹਾਡਾ ਰੇਟ ਹੈ ਉਹ ਇਸ ਚੀਜ਼ ਤੇ ਡਿਪੈਂਡ ਕਰੇਗਾ, ਰੇਟ इक्वल टू रेट कांस्टेंट इनटू रिएक्टेंट ਦੀ concentration। ਰਿਐਕਟੈਂਟ ਕੀ ਹੈ N2O2 ਤੇ H2। ਹੁਣ ਦੇਖੋ ਤੁਸੀਂ ਰੇਟ ਆਹ ਆਇਆ, ਤੁਸੀਂ ਦੇਖੋ ਇਸ ਰਿਐਕਸ਼ਨ ਜੋ ਤੁਹਾਡੀ ਫਾਈਨਲ ਰਿਐਕਸ਼ਨ ਆ ਓਵਰਆਲ ਦੇ ਵਿੱਚ ਉਹਦੇ ਵਿੱਚ ਦੇਖੋ ਹਾਈਡਰੋਜਨ ਤਾਂ ਪ੍ਰੈਜ਼ੈਂਟ ਹੈ ਬਟ N2O2 ਨਹੀਂ ਹੈਗਾ। N2O2 ਇਹਦਾ ਮਤਲਬ ਕੀ ਹੈ, ਤੁਹਾਡਾ ਇੱਕ ਇੰਟਰਮੀਡੀਏਟ ਹੈ। ਤਾਂ ਕਦੇ ਵੀ ਤੁਸੀਂ ਜੋ ਰਿਐਕਸ਼ਨ ਨੂੰ ਐਕਸਪ੍ਰੈਸ ਕਰਦੇ ਹੋ ਉਹ ਇੰਟਰਮੀਡੀਏਟ ਦੇ ਰਿਸਪੈਕਟ ਦੇ ਨਾਲ ਨਹੀਂ ਕਰ ਸਕਦੇ। ਤਾਂ ਇਹਦਾ ਮਤਲਬ ਕੀ ਹੈ, ਤੁਹਾਨੂੰ ਇੱਥੋਂ N2O2 ਨੂੰ ਰਿਮੂਵ ਕਰਨਾ ਪੜੇਗਾ, ਠੀਕ ਹੈ। ਉਹਦੇ ਲਈ ਹੁਣ ਦੇਖੋ ਆਪਾਂ ਕੀ ਕਰਦੇ ਹਾਂ, ਜੋ ਵੀ ਰਿਐਕਸ਼ਨ ਤੁਹਾਡੀ ਫਾਸਟ ਹੁੰਦੀ ਹੈ ਜੋ ਇਕੁਇਲਿਬਰੀਅਮ ਤੇ ਹੁੰਦੀ ਹੈ ਆਪਾਂ ਉਹ ਰਿਐਕਸ਼ਨ ਨੂੰ ਕੰਸੀਡਰ ਕਰਦੇ ਹਾਂ। ਤਾਂ ਤੁਹਾਨੂੰ ਮੈਂ ਕੈਮੀਕਲ ਇਕੁਇਲਿਬਰੀਅਮ ਕਰਵਾ ਚੁੱਕੀ ਹਾਂ। ਕੈਮੀਕਲ ਇਕੁਇਲਿਬਰੀਅਮ ਕੀ ਹੁੰਦਾ ਹੈ, K ਇਕੁਇਲਿਬਰੀਅਮ ਕਾਦੇ ਇਕੁਅਲ ਹੁੰਦਾ ਹੈ ਤੁਹਾਡਾ, ਫॉरवर्ड ਬਾਈ बैकवर्ड। ਕਾਦੇ ਇਕੁਅਲ ਆਉਂਦਾ ਹੈ, ਪ੍ਰੋਡਕਟ ਦੀ ਕੰਸੈਂਟ੍ਰੇਸ਼ਨ डिवाइड बाय रिएक्टेंट ਦੀ concentration। रिएक्टेंट ਕੀ ਹੈ NO ਦੀ ਪਾਵਰ 2, है ना। ਤਾਂ ਦੇਖੋ ਇੱਥੋਂ ਤੁਸੀਂ ਆ ਕੱਢ ਸਕਦੇ ਹੋ ਨਾ, ਇੰਟਰਮੀਡੀਏਟ ਦੀ concentration N2O2 ਦੀ concentration ਕੀ ਆ ਗਈ ਤੁਹਾਡੀ KF ਬਾਈ KB ਦੀ ਮਲਟੀਪਲਾਈ ਕੀ ਹੋ ਜਾਏਗਾ NO2 ਦਾ ਸਕੁਆਇਰ। ਕਲੀਅਰ ਹੈ ਪੁਆਇੰਟ? ਤਾਂ ਜੋ ਦੇਖੋ ਐਕਸਪ੍ਰੈਸ਼ਨ ਜੋ ਤੁਸੀਂ ਇੰਟਰਮੀਡੀਏਟ ਦੀ concentration ਨੂੰ ਐਕਸਪ੍ਰੈਸ ਕਰਤਾ NO ਦੀ ਟਰਮ ਦੇ ਵਿੱਚ ਤੇ NO ਤੁਹਾਡਾ ਰਿਐਕਟੈਂਟ ਦੇ ਵਿੱਚ ਪ੍ਰੈਜ਼ੈਂਟ ਹੈ। ਤਾਂ ਇੱਥੇ ਜੋ ਤੁਹਾਡਾ ਹੁਣ ਤੁਹਾਡਾ ਆਹ ਵਾਲਾ ਰੇਟ ਤੁਸੀਂ ਐਕਸਪ੍ਰੈਸ ਕੀਤਾ ਸੀ ਸਟਾਰਟਿੰਗ ਦੇ ਵਿੱਚ, ਇੱਥੇ ਤੁਸੀਂ N2O2 ਦੀ ਵੈਲਿਊ ਇੱਥੇ ਪੁੱਟ ਕਰ ਦਿਓ ਤਾਂ ਜੋ ਤੁਹਾਡਾ ਫਾਈਨਲ ਰੇਟ ਆ ਜਾਏਗਾ ਉਹ ਇਹ ਆ ਜਾਏਗਾ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ NO ਤੇ H2 ਆਲਰੇਡੀ ਤੁਹਾਡੇ ਰਿਐਕਟੈਂਟ ਦੇ ਵਿੱਚ ਫਾਈਨਲ ਇਕੁਏਸ਼ਨ ਦੇ ਵਿੱਚ ਪ੍ਰੈਜ਼ੈਂਟ ਹੈ। दैट मींस आह ਤੁਹਾਡਾ correct representation है रेट का। पॉइंट क्लियर है? पॉइंट क्लियर है?
ਕਲੀਅਰ ਹੈ ਨਾ। ਤਾਂ ਏਦਾਂ ਉਸ ਚੀਜ਼ ਨੂੰ ਆਪਾਂ ਐਕਸਪ੍ਰੈਸ ਕਰਦੇ ਹਾਂ। ਅਗਰ ਜੋ ਥੋੜਾ ਰੇਟ ਲੋ ਦੇ ਅਕੋਰਡਿੰਗ, ਥੋੜਾ ਰੇਟ ਲੋ ਦੇ ਵਿੱਚ ਅਗਰ ਇੰਟਰਮੀਡੀਏਟ ਆ ਜਾਂਦਾ ਹੈ ਤਾਂ ਤੁਸੀਂ ਉਸ ਇੰਟਰਮੀਡੀਏਟ ਦੀ ਕੰਸੈਂਟ੍ਰੇਸ਼ਨ ਨੂੰ ਇਕੁਇਲਿਬ੍ਰੀਅਮ ਵਾਲੇ ਸਟੈਪ ਦੇ ਨਾਲ ਐਕਸਚੇਂਜ ਕਰ ਸਕਦੇ ਹੋ, ਉੱਥੋਂ ਉਹਦੀ ਕੰਸੈਂਟ੍ਰੇਸ਼ਨ ਨੂੰ ਕੈਲਕੂਲੇਟ ਕਰਕੇ ਤੁਹਾਡੇ ਇਕੁਏਸ਼ਨ ਦੇ ਵਿੱਚ ਪੁੱਟ ਕਰ ਸਕਦੇ ਹੋ। आई होप क्लियर हो गया उन्हें, बाकी में क्लियर है भाई। रेट कांस्टेंट नवा आ गया है, बिल्कुल बिल्कुल सारे रेट कांस्टेंट है ना, के भी थोड़ा कांस्टेंट है, के एफ भी कांस्टेंट है, के बी भी कांस्टेंट है ना, तो उन्हें एक नवा नाम देता के एच। बाकी ਨੂੰ क्लियर है जी, ठीक। नेक्स्ट टॉपिक आता है थोड़ा मोलिकुलैरिटी। देखो मोलिकुलैरिटी वर्ड तो ਤੁਹਾਨੂੰ ਕੀ ਮਤਲਬ ਸਮਝਣ ਨੂੰ ਮਿਲਦਾ ਹੈ ਕਿ ਤੁਹਾਡੇ ਕਿੰਨੇ ਮੋਲੀਕਿਊਲਸ ਰਿਐਕਟ ਕਰ ਰਹੇ ਨੇ ਰਿਐਕਸ਼ਨ ਦੇ ਵਿੱਚ, ਨੰਬਰ ਆਫ ਮੋਲੀਕਿਊਲਸ ਰਿਐਕਟਿੰਗ ਇਨ ਅ ਰਿਐਕਸ਼ਨ, ਤਾਂ ਉਹਨੂੰ ਆਪਾਂ ਬੋਲਦੇ ਹਾਂ ਮੋਲਿਕੂਲੈਰਿਟੀ। ਫॉर एग्जांपल अगर मैं ਤੇ ਲਿਖਦਾ a b ਮਿਲ ਕੇ ਪ੍ਰੋਡਕਟ ਬਣਾ ਰਹੇ, ਤਾਂ ਇਹਦਾ ਮਤਲਬ ਕਿੰਨੇ ਮੋਲੀਕਿਊਲਸ ਰਿਐਕਟ ਕਰ ਰਹੇ ਨੇ, ਇੱਕ ਮੋਲੀਕਿਊਲ ਇਹਦਾ ਇੱਕ ਇਹਦਾ, ਤਾਂ ਮਤਲਬ ਇੱਥੇ ਮੈਂ ਕੀ ਲਿਖੂੰਗਾ, ਇਹਦੀ ਜੋ ਮੋਲੀਕੁਲੈਰਿਟੀ ਹੈ ਉਹ ਕਾਹਦੇ ਇਕੁਅਲ ਹੈ ਤੁਹਾਡੇ 2 ਦੇ ਇਕੁਅਲ ਹੈ, ਕਾਹਦੇ ਇਕੁਅਲ ਹੈ 2 ਦੇ। ਤਾਂ ਮੋਲੈਰਿਟੀ ਠੀਕ ਬਿਲਕੁਲ, ਤਾਂ ਮੋਲੀਕੁਲੈਰਿਟੀ ਕੀ ਥੋੜਾ ਥਿਓਰੈਟੀਕਲ ਕੁਆਂਟੀਟੀ ਹੈ ਨਾ, ਮਤਲਬ ਕਿੰਨੇ ਮੋਲੀਕਿਊਲਸ ਤੁਹਾਡੇ ਰਿਐਕਟ ਕਰ ਰਹੇ ਹੈ ਨਾ, ਜੋ ਤੁਸੀਂ ਐਕਸਪ੍ਰੈਸ਼ਨ ਦੇ ਨਾਲ ਲਿਖਦੇ ਹੋ ਇੱਕ ਇਕੁਏਸ਼ਨ ਦੇ ਵਿੱਚ, ਹੈ ਨਾ। ਮੋਲੀਕੁਲੈਰਿਟੀ ਤੁਹਾਡੀ ਇੰਟੀਜਰ ਹੋਏਗੀ, ਠੀਕ ਹੈ, ਕਦੇ ਵੀ ਜ਼ੀਰੋ ਨਹੀਂ ਹੋ ਸਕਦਾ, ਐਂ ਤਾਂ ਹੈ ਨਹੀਂ ਨਾ ਕੋਈ ਮੋਲੀਕਿਊਲ ਰਿਐਕਟ ਹੀ ਨਹੀਂ ਕੀਤਾ। ਅਗਰ ਰਿਐਕਟੈਂਟ ਤੋਂ ਪ੍ਰੋਡਕਟ ਬਣੇ ਹੈ ਤਾਂ ਮਤਲਬ ਕੁਛ ਨਾ ਕੁਛ ਤਾਂ ਰਿਐਕਟ ਕੀਤਾ ਹੀ ਹੈ ਨਾ, ਚਾਹੇ ਇੱਕ ਮੋਲੀਕਿਊਲ ਹੈ, ਚਾਹੇ ਦੋ ਹੈ, ਚਾਹੇ ਤਿੰਨ ਹੈ, ਨਾ ਤਾਂ ਉਹ ਜ਼ੀਰੋ ਹੋ ਸਕਦੇ ਨੇ, ਨਾ ਉਹ ਨੈਗੇਟਿਵ ਹੋ ਸਕਦੇ ਨੇ, ਤੇ ਨਾ ਹੀ ਕਦੇ ਫ੍ਰੈਕਸ਼ਨ ਚ ਹੋਣਗੇ। ਮੈਂ ਪਹਿਲਾਂ ਹੀ ਕਿਹਾ ਹੈ ਮੋਲੀਕਿਊਲ ਪੂਰੇ ਦਾ ਪੂਰਾ ਹੀ ਰਿਐਕਟ ਕਰਦਾ ਹੈ, ਆਈ ਨਹੀਂ ਹੈਗਾ ਥੋੜਾ ਇੱਕ ਤਿਹਾਈ ਹਿੱਸਾ ਰਿਐਕਟ ਕਰ ਗਿਆ ਜਾਂ 3/4 ਰਿਐਕਟ ਕਰ ਗਿਆ, ਪੂਰੇ ਦਾ ਪੂਰਾ ਮੋਲੀਕਿਊਲ ਹੀ ਰਿਐਕਟ ਕਰੇਗਾ। ਨੈਕਸਟ, ਅਗਰ ਤੁਹਾਡੀ ਰਿਐਕਸ਼ਨ ਐਲੀਮੈਂਟਰੀ ਹੈ ਤਾਂ ਐਲੀਮੈਂਟਰੀ ਰਿਐਕਸ਼ਨ ਦੇ ਲਈ ਤੁਹਾਡੀ ਜੋ ਮੋਲੀਕੁਲੈਰਿਟੀ ਹੈ ਉਹ ਆਰਡਰ ਦੇ ਇਕੁਅਲ ਹੋਏਗੀ। ਮੈਂ ਤੁਹਾਨੂੰ ਦੱਸਿਆ ਨਾ ਪਿੱਛੇ, ਐਲੀਮੈਂਟਰੀ ਰਿਐਕਸ਼ਨ ਦੇ ਵਿੱਚ ਅਗਰ ਤੁਹਾਡਾ ਉੱਥੇ ਐਲੀਮੈਂਟਰੀ ਰਿਐਕਸ਼ਨ ਹੈ ਤਾਂ ਜੋ ਵੀ ਉਹਦੇ ਕੋਐਫੀਸ਼ੀਐਂਟ ਹੋਣਗੇ ਉਹ ਆਰਡਰ ਦੇ ਇਕੁਅਲ ਹੋਣਗੇ, ਤੇ ਉਹਨਾਂ ਕੋਐਫੀਸ਼ੀਐਂਟ ਨੂੰ ਹੀ ਆਪਾਂ ਕੀ ਬੋਲਦੇ ਹਾਂ, ਮੋਲੀਕੁਲੈਰਿਟੀ। ਤਾਂ ਐਲੀਮੈਂਟਰੀ ਰਿਐਕਸ਼ਨ ਦੇ ਲਈ ਤੁਹਾਡੀ ਜੋ ਮੋਲੀਕੁਲੈਰਿਟੀ ਹੈ ਉਹ ਕਾਹਦੇ ਇਕੁਅਲ ਹੁੰਦੀ ਹੈ, ਤੁਹਾਡੇ ਆਰਡਰ, ਠੀਕ ਹੈ। ਅਗਰ ਤੁਹਾਡੀ ਰਿਐਕਸ਼ਨ ਕੰਪਲੈਕਸ ਹੈ ਤਾਂ ਕੰਪਲੈਕਸ ਰਿਐਕਸ਼ਨ ਤੁਹਾਨੂੰ ਪਤਾ ਹੈ ਕਿਉਂਕਿ ਸਟੈਪ ਦੇ ਵਿੱਚ ਹੁੰਦੀ ਹੈ ਨਾ, ਤਾਂ ਹਰ ਸਟੈਪ ਦੇ ਲਈ ਉਹਦੀ ਮੋਲੀਕੁਲੈਰਿਟੀ ਕੀ ਹੋਏਗੀ, ਡਿਫਰੈਂਟ ਹੋਏਗੀ, ਠੀਕ ਹੈ। ਤਾਂ ਜਦੋਂ ਵੀ ਤੁਸੀਂ ਕੰਪਲੈਕਸ ਰਿਐਕਸ਼ਨ ਦੇ ਵਿੱਚ ਮੋਲੀਕੁਲੈਰਿਟੀ ਦੀ ਗੱਲ ਕਰਦੇ ਹੋ ਤਾਂ ਉਹ ਇੱਕ ਮੀਨਿੰਗਲੈਸ ਸਟੇਟਮੈਂਟ ਹੈ, ਕਿਉਂ, ਕਿਉਂਕਿ ਆਪਾਂ ਨਹੀਂ ਦੱਸ ਸਕਦੇ ਕਿ ਤੁਸੀਂ ਕਿਸ ਸਟੈਪ ਦੀ ਗੱਲ ਕਰ ਰਹੇ ਹੋ, ਤਾਂ ਉੱਥੇ ਆਪਾਂ ਮੋਲੀਕੁਲੈਰਿਟੀ ਦੀ ਗੱਲ ਨਹੀਂ ਕਰਦੇ। ਜਨਰਲੀ ਜੋ ਮੋਲੀਕੁਲੈਰਿਟੀ ਦੀ ਗੱਲ ਹੈ ਉਹ ਆਪਾਂ ਇੱਕ ਐਲੀਮੈਂਟਰੀ ਰਿਐਕਸ਼ਨ ਦੇ ਟਰਮਸ ਦੇ ਵਿੱਚ ਗੱਲ ਕਰਦੇ ਹਾਂ। ਜਾਂ ਜਦੋਂ ਤੁਸੀਂ ਕੰਪਲੈਕਸ ਰਿਐਕਸ਼ਨ ਦੇ ਵਿੱਚ ਦੇਖੋ ਜੋ ਰੇਟ ਹੈ ਉਹ ਕਾਤੇ ਡਿਪੈਂਡ ਕਰਦਾ ਹੈ, ਸਲੋਐਸਟ ਸਟੈਪ ਤੇ, ਹੈ ਨਾ, ਤਾਂ ਤੁਸੀਂ ਸਲੋਐਸਟ ਸਟੈਪ ਦੀ ਮੋਲੀਕੁਲੈਰਿਟੀ ਦੀ ਗੱਲ ਕਰ ਸਕਦੇ ਹੋ, ਠੀਕ ਹੈ, ਪॉइंट क्लियर है। नेक्स्ट जो सबसे इंपॉर्टेंट पॉइंट आ वो यही है कि मॉलिक्यूलैरिटी की जो मैक्सिमम वैल्यू ਵੱਧ ਤੋਂ ਵੱਧ 3 ਹੋ ਸਕਦੀ ਹੈ, ਇਹ ਤੋਂ ਜ਼ਿਆਦਾ ਨਹੀਂ। ਰੀਜ਼ਨ ਕੀ ਹੈ, ਕਿਉਂਕਿ ਦੇਖੋ ਮੋਲੀਕੁਲੈਰਿਟੀ ਦਾ ਮਤਲਬ ਇਹ ਨਹੀਂ ਹੈ ਕਿ ਕਿੰਨੇ ਮੋਲੀਕੂਲ ਰਿਐਕਟ ਕਰ ਰਹੇ ਨੇ, ਮੋਲੀਕੁਲੈਰਿਟੀ ਦਾ ਮਤਲਬ ਇਹ ਵੀ ਹੈ ਕਿ ਕਿੰਨੇ ਮੋਲੀਕੂਲ ਰਿਐਕਟ ਕਰਕੇ ਤੁਹਾਡੇ ਪ੍ਰੋਡਕਟ ਫਾਰਮ ਕਰ ਰਹੇ ਨੇ। ਤਾਂ ਬੇਸਿਕਲੀ ਤੁਹਾਡਾ ਰਿਐਕਟੈਂਟ ਤੋਂ ਪ੍ਰੋਡਕਟ ਹੋਣਾ ਚਾਹੀਦਾ ਹੈ। टकरा या कोलाइड ਤਾਂ ਬਹੁਤ ਸਾਰੇ ਮੋਲੀਕਿਊਲਸ ਆਪਸ ਚ ਕਰ ਰਹੇ ਨੇ, ਹਨਾ, ਪਰ ਆਪਾਂ ਸਿਰਫ ਉਹ ਮੋਲੀਕਿਊਲਸ ਲੈਣੇ ਨੇ ਰਿਐਕਟੈਂਟ ਦੇ ਜੋ ਤੁਹਾਡੇ ਰਿਐਕਟ ਕਰਕੇ ਪ੍ਰੋਡਕਟ ਦੀ ਫਾਰਮੇਸ਼ਨ ਕਰਦੇ ਨੇ, ਜਿਹਨੂੰ ਆਪਾਂ ਬੋਲਦੇ ਹਾਂ ਇਫੈਕਟਿਵ ਕੋਲੀਜ਼ਨ। ਉਹਨੂੰ ਆਪਾਂ ਟਰਮ ਕੀ ਦਿੰਦੇ ਹਾਂ, ਇਫੈਕਟਿਵ ਕੋਲੀਜ਼ਨ। ਤਾਂ ਉਹ ਮੈਕਸਿਮਮ ਤੁਹਾਡੇ ਵੱਧ ਤੋਂ ਵੱਧ 3 ਹੋ ਸਕਦੇ ਨੇ, ਅਗਰ ਤੁਸੀਂ ਜ਼ਿਆਦਾ ਲੈ ਲਓਗੇ ਤਾਂ ਫਿਰ ਉੱਥੇ ਇਫੈਕਟਿਵ ਕੋਲੀਜ਼ਨ ਦੇ ਚਾਂਸਸ ਘਟ ਜਾਂਦੇ ਨੇ। ਤਾਂ ਮੈਕਸਿਮਮ ਆਪਾਂ ਕਹਿ ਦਿੰਦੇ ਹਾਂ ਮੋਲੀਕੁਲੈਰਿਟੀ ਵੱਧ ਤੋਂ ਵੱਧ ਤੁਹਾਡੀ 3 ਹੋ ਸਕਦੀ ਆ, ਇਹ ਤੋਂ ਜ਼ਿਆਦਾ ਆਰਡਰ ਨਹੀਂ ਜਾ ਸਕਦਾ। ਪੁਆਇੰਟ ਕਲੀਅਰ ਹੈ। ਨੈਕਸਟ ਥੋੜਾ ਡਿਫਰੈਂਸ ਦਿੱਤਾ ਹੈ ਮੋਲੀਕੁਲੈਰਿਟੀ ਤੇ ਆਰਡਰ ਦੇ ਵਿੱਚ, ਕਿ ਇਹਨਾਂ ਵਿੱਚ ਕੀ ਡਿਫਰੈਂਸ ਹੋ ਸਕਦਾ ਹੈ ਨਾ। ਤਾਂ ਮੋਲੀਕੁਲੈਰਿਟੀ ਕੀ ਹੁੰਦੀ ਹੈ, ਕਿੰਨੇ ਮੋਲੀਕਿਊਲਸ ਤੁਹਾਡੇ ਰਿਐਕਟ ਕਰ ਰਹੇ ਨੇ, ਜਦਕਿ ਜੋ ਆਰਡਰ ਹੁੰਦਾ ਹੈ ਉਹ ਪਾਵਰਸ ਦਾ ਸਮ ਹੁੰਦਾ ਹੈ ਇਨ ਦਾ ਰੇਟ ਲੋ ਐਕਸਪ੍ਰੈਸ਼ਨ। ਮੋਲੀਕੁਲੈਰਿਟੀ ਇੱਕ ਥੋੜਾ ਥਿਓਰੈਟੀਕਲ ਕਨਸੈਪਟ ਹੈ, ਤੇ ਇਹ ਕੀ ਹੈ, ਆਰਡਰ ਤੁਹਾਨੂੰ ਮੈਂ ਦੱਸਿਆ ਸੀ ਐਕਸਪੈਰੀਮੈਂਟਲ ਡਿਟਰਮ ਆਪਾਂ ਕਰਦੇ ਹਾਂ, ਕੈਲਕੂਲੇਟ ਕਰਦੇ ਹਾਂ। ਮੋਲੀਕੁਲੈਰਿਟੀ ਹਮੇਸ਼ਾ ਇੰਟੀਗਰਲ ਵੈਲਿਊ ਲਏਗੀ, ਜਦਕਿ ਜੋ ਆਰਡਰ ਹੈ ਇੰਟੀਗਰਲ ਵੈਲਿਊ ਵੀ ਲੈ ਸਕਦੀ ਹੈ ਤੇ ਫ੍ਰੈਕਸ਼ਨਲ ਵੈਲਿਊ ਵੀ ਲੈ ਸਕਦੀ ਹੈ। ਇਹ ਤੁਹਾਡਾ ਕਦੇ ਵੀ ਜ਼ੀਰੋ ਨਹੀਂ ਹੋਏਗਾ, ਆਰਡਰ ਕੈਨ ਬੀ ਜ਼ੀਰੋ, ਠੀਕ ਹੈ। ਮੋਲੀਕੁਲੈਰਿਟੀ ਤੁਹਾਨੂੰ ਰਿਐਕਸ਼ਨ ਦੇ ਮੈਕੈਨਿਜ਼ਮ ਤੇ ਕੋਈ ਸਟੇਟਮੈਂਟ ਨਹੀਂ ਦਿੰਦਾ, ਜਦ ਕਿ ਆਰਡਰ ਆਪਾਂ ਨੂੰ ਕਿਤੇ ਨਾ ਕਿਤੇ ਹੈਲਪ ਕਰ ਸਕਦਾ ਹੈ
कि आह रिएक्शन थोड़े इस पाथवे ਨਾਲ ਜਾ ਸਕਦਾ ਹੈ। ਫੋਰ ਐਗਜ਼ਾਮਪਲ ਦੇਖੋ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਜਿਵੇਂ ਇਹ ਹੈ ਇੱਥੇ ਆਪਣਾ ਕੋਲ ਰੇਟ ਲੋ ਆ ਦਿੱਤਾ ਹੈ, ਮਤਲਬ ਆਰਡਰ ਕਿੰਨਾ ਹੈ ਵਿਦ ਰਿਸਪੈਕਟ ਟੂ NO2Cl1 ਹੈ, ਤਾਂ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ ਜੋ ਤੁਹਾਡਾ ਸਲੋਐਸਟ ਸਟੈਪ ਹੈ ਉਹਦੇ ਵਿੱਚੋਂ ਦੋ ਮੋਲੀਕਿਊਲਸ ਦੇ ਵਿੱਚੋਂ ਸਿਰਫ ਇੱਕ ਸਿੰਗਲ ਮੋਲੀਕਿਊਲ ਹੀ ਰਿਐਕਟ ਕੀਤਾ ਹੈ ਪਹਿਲਾਂ, ਤਾਂ ਆਪਾਂ ਨੂੰ ਕੁਝ ਨਾ ਕੁਝ ਆਈਡੀਆ ਮੈਕੈਨਿਜ਼ਮ ਬਾਰੇ ਆਰਡਰ ਤੁਹਾਨੂੰ ਦੇ ਸਕਦਾ ਹੈ। ਇੱਥੇ ਕਲੀਅਰ ਹੈ? ਦੇਖੋ ਇੱਥੇ ਕੀ ਆਇਆ ਸੀ ਤੁਹਾਡਾ ਕਿ ਮੰਨ ਲਓ ਦੇਖੋ ਆਰਡਰ ਜੋ ਐਕਸਪੈਰੀਮੈਂਟਲ ਆਰਡਰ ਕੀ ਸੀਗਾ ਤੁਹਾਡਾ ਜਦੋਂ ਦੇਖਿਆ ਤਾਂ ਆਰਡਰ ਵਿਦ ਰਿਸਪੈਕਟ ਟੂ NO2Cl1 ਹੈ, ਤੇ ਇਹਦਾ ਮਤਲਬ ਕੀ ਹੈ ਕਿ ਸਿਰਫ ਤੁਹਾਡਾ ਇੱਕ ਮੋਲੀਕਿਊਲ, ਇੱਥੇ ਦੋ ਮੋਲੀਕਿਊਲ ਹੈ ਨਾ, ਆਊਟ ਆਫ ਟੂ ਸਿਰਫ ਇੱਕ ਮੋਲੀਕਿਊਲ ਹੀ ਰਿਐਕਟ ਕਰਦਾ ਹੈ, ਮਤਲਬ ਜੋ ਵੀ ਤੁਹਾਡਾ ਰਿਐਕਸ਼ਨ ਦੇ ਵਿੱਚ ਸਲੋਐਸਟ ਸਟੈਪ ਕਹਿ ਲਓ ਜਾਂ ਰੇਟ ਡਿਟਰਮਾਈਨਿੰਗ ਸਟੈਪ ਕਹਿ ਲਓ, ਉਹਦੇ ਵਿੱਚ ਇੱਕ ਮੋਲੀਕਿਊਲ ਹੀ ਪਹਿਲਾਂ ਰਿਐਕਟ ਕਰੇਗਾ, ਦੂਸਰਾ ਉਹ ਤੋਂ ਬਾਅਦ ਆਪਣੇ ਰੋਲ ਦੇ ਵਿੱਚ ਪਲੇ ਕਰੇਗਾ। ਤਾਂ ਕੁਛ ਨਾ ਕੁਛ ਮਤਲਬ ਤੁਹਾਨੂੰ ਮਕੈਨਿਜ਼ਮ ਬਾਰੇ ਉਹ ਚੰਨ ਮਤਲਬ ਲਾਈਟ ਪਾ ਸਕਦਾ ਹੈ ਕਿ ਮਕੈਨਿਜ਼ਮ ਐਦਾਂ ਹੋ ਸਕਦਾ ਹੈ। ਕਲੀਅਰ ਪੁਆਇੰਟ? ਸੋ ਇਹ ਆਪਾਂ ਹੁਣ ਜਿੰਨਾ ਵੀ ਟੌਪਿਕਸ ਪੜ੍ਹੇ ਸੀ, ਠੀਕ ਹੈ, ਇਹ ਚੀਜ਼ ਸੀ। ਹੁਣ ਆਪਾਂ ਗੱਲ ਕਰਦੇ ਹਾਂ ਡਿਫਰੈਂਟ ਟਾਈਪਸ ਆਫ ਆਰਡਰ ਰਿਐਕਸ਼ਨਸ ਦੀ। ਜ਼ੀਰੋ ਆਰਡਰ ਕੀ ਹੋ ਗਿਆ, ਫਸਟ ਆਰਡਰ ਹੋ ਗਿਆ। ਤੁਹਾਡੇ ਸਿਲੇਬਸ ਦੇ ਵਿੱਚ ਦੋ ਹੀ ਆਰਡਰ ਨੇ, ਜ਼ੀਰੋ ਆਰਡਰ ਤੇ ਫਸਟ ਆਰਡਰ, ਠੀਕ ਹੈ। ਦੇਖੋ ਜ਼ੀਰੋ ਆਰਡਰ ਦਾ ਮਤਲਬ ਕੀ ਹੈ, ਦੇਖੋ ਮੈਂ ਤੁਹਾਨੂੰ ਦੱਸਦਾ ਹਾਂ, ਰੇਟ ਕਾਹਦੇ ਇਕੁਅਲ ਸੀਗਾ ਆਪਣਾ k a ਦੀ ਪਾਵਰ n, ਹੈ ਨਾ, n ਕੀ ਤੁਹਾਡਾ ਆਰਡਰ ਆਫ ਰਿਐਕਸ਼ਨ। ਤਾਂ ਜਦੋਂ ਤੁਸੀਂ ਜ਼ੀਰੋ ਆਰਡਰ ਦੀ ਗੱਲ ਕਰਦੇ ਹੋ ਤਾਂ ਜ਼ੀਰੋ ਆਰਡਰ ਦੇ ਲਈ ਆਪਾਂ ਕੀ ਲਿਖਾਂਗੇ, n ਦੀ ਵੈਲਿਊ 0, ਇੱਥੇ ਆਪਾਂ ਕੀ ਲਿਖਾਂਗੇ k a ਦੀ ਪਾਵਰ 0। ਕਿਸੇ ਦੀ ਵੀ ਪਾਵਰ 0 ਇਹਦਾ ਮਤਲਬ ਕੀ ਹੁੰਦਾ ਹੈ 1, ਤਾਂ ਮਤਲਬ ਜੋ ਤੁਹਾਡਾ ਰੇਟ ਹੈ ਉਹ ਕਾਹਦੇ ਇਕੁਅਲ ਆਉਂਦਾ ਹੈ, ਰੇਟ ਕਾਂਸਟੈਂਟ ਦੇ ਫੋਰ ਜ਼ੀਰੋ ਆਰਡਰ ਰਿਐਕਸ਼ਨ। ਤਾਂ ਆਪਾਂ ਇਹ ਪੁਆਇੰਟ ਕਹਿ ਸਕਦੇ ਹਾਂ ਕਿ ਜ਼ੀਰੋ ਆਰਡਰ ਰਿਐਕਸ਼ਨ ਦੇ ਲਈ ਜੋ ਤੁਹਾਡੀ ਰੇਟ ਹੈ ਉਹ ਕੰਸੈਂਟ੍ਰੇਸ਼ਨ ਆਫ ਰਿਐਕਟੈਂਟ ਤੇ ਡਿਪੈਂਡ ਹੀ ਨਹੀਂ ਕਰਦੇ, ਕਹਿ ਸਕਦੇ ਹਾਂ ਨਾ, ਪਾਵਰ 0 ਹੈ ਮਤਲਬ डिपेंड ही नहीं कर रही थोड़ी कंसंट्रेशन ऑफ रिएक्टेंट पे रेट फॉर जीरो ऑर्डर रिएक्शन, ठीक है। कुछ एग्जांपल्स ਇਹਨਾਂ ਦੀਆਂ ਦਿੱਤੀਆਂ ਹੋਈਆਂ ਨੇ, ਤੁਸੀਂ ਲਰਨ ਨਹੀਂ ਕਰਨੀਆਂ, ਵੈਸੇ ਕੁਝ ਐਗਜ਼ਾਮਪਲਸ ਇੱਥੇ ਦਿੱਤੀਆਂ ਹੋਈਆਂ ਨੇ ਕਿ ਆਹ ਵਾਲੀਆਂ ਜੋ ਐਗਜ਼ਾਮਪਲਸ ਨੇ ਇੱਕ ਵਾਰੀ ਮਾਈਂਡ 'ਚ ਰੱਖ ਲਿਓ ਬਸ, ਕਿ ਇੱਕ ਵਾਰੀ ਮਤਲਬ ਨਿਗਾਹ ਥੱਲੋਂ ਕੱਢ ਲਿਓ ਹਨਾ ਕਿ ਆਹ ਐਗਜ਼ਾਮਪਲਸ ਨੇ, ਕਿ ਇਹੀ ਕੁਝ ਐਗਜ਼ਾਮਪਲਸ ਨੇ ਜੋ ਤੁਹਾਡੀਆਂ ਜ਼ੀਰੋ ਆਰਡਰ ਨੂੰ ਫੋਲੋ ਕਰਦੀਆਂ। ਦੇਖੋ ਹੁਣ ਜ਼ੀਰੋ ਆਰਡਰ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਹੈ ਰੇਟ ਕਾਹਦੇ ਇਕੁਅਲ ਹੁੰਦਾ ਹੈ, ਰੇਟ ਕਾਂਸਟੈਂਟ ਦੀ, ਹੈ ਨਾ। ਤਾਂ ਰੇਟ ਆਪਾਂ ਕਾਹਦੇ ਐਕਸਪ੍ਰੈਸ ਕਰਦੇ ਹਾਂ, ਰਿਐਕਟੈਂਟ ਘਟਦਾ ਹੈ ਮਾਈਨਸ da/dt, ਤਾਂ ਕਾਹਦੇ ਇਕੁਅਲ ਹੈ k ਦੇ। ਤਾਂ ਦੇਖੋ ਇਹ ਇਹਦਾ ਹੈ ਡਿਫਰੈਂਸ਼ੀਅਲ ਫਾਰਮ, ਤਾਂ ਤੁਹਾਨੂੰ ਪੇਪਰ 'ਚ ਇੰਟੀਗ੍ਰੇਟਡ ਫਾਰਮ ਆ ਸਕਦੀ ਹੈ ਹਨਾ। ਤਾਂ ਇਹਨੂੰ ਇੰਟੀਗ੍ਰੇਟ ਕਰਨ ਦੇ ਲਈ ਆਪਾਂ ਇਹਨੂੰ ਕਰਦੇ ਹਾਂ ਇੰਟੀਗ੍ਰੇਸ਼ਨ ਕਰਦੇ ਹਾਂ, ਤਾਂ ਇਹਨੂੰ ਥੋੜਾ ਜਿਹਾ ਰੀਅਰੇਂਜ ਕਰ ਲਓ, ਇਹਨੂੰ ਆਪਾਂ ਆ ਲਿਖ ਸਕਦੇ ਹਾਂ da ਇਕੁਅਲ ਟੂ ਮਾਈਨਸ k dt, ਏਦਾਂ ਲਿਖ ਸਕਦੇ ਹਾਂ। ਹੁਣ ਦੇਖੋ ਇਹਦੀ ਇੰਟੀਗ੍ਰੇਟਡ ਰੋ ਕਰਨ ਲਈ ਆਪਾਂ ਕੀ ਕਰਦੇ ਹਾਂ, ਇੰਟੀਗ੍ਰੇਟ ਕਰਦੇ ਹਾਂ। ਤਾਂ ਦੇਖੋ ਟਾਈਮ 0 ਤੇ ਮੰਨ ਲਓ ਕੰਸੈਂਟ੍ਰੇਸ਼ਨ ਕਿੰਨੀ ਸੀ A0 ਸਟਾਰਟਿੰਗ ਤੇ, ਜਦੋਂ ਟਾਈਮ t ਹੋ ਗਿਆ ਮੰਨ ਲਓ ਕੰਸੈਂਟ੍ਰੇਸ਼ਨ ਕਿੰਨੀ ਰਹਿ ਗਈ A, ਤਾਂ ਇਹਨੂੰ ਆਪਾਂ ਜਦੋਂ ਇੰਟੀਗ੍ਰੇਟ ਕਰਾਂਗੇ ਕੀ ਬਣੂਗਾ A ਮਾਈਨਸ A0 ਇਕੁਅਲ ਟੂ ਮਾਈਨਸ KT। ਤਾਂ ਥੋੜਾ ਜਿਹਾ ਇਹਨੂੰ ਅਰੇਂਜ ਹੋਰ ਕਰ ਲਓ, ਕਾਹਦੇ ਇਕੁਅਲ ਬਣ ਗਿਆ A ਇਕੁਅਲ ਟੂ A0 ਮਾਈਨਸ KT। ਸੋ ਜੋ ਆਹ ਐਕਸਪ੍ਰੈਸ਼ਨ ਆਇਆ ਹੈ ਜੋ ਮੈਂ ਇੱਥੇ ਨੀਚੇ ਵੀ ਲਿਖਿਆ ਹੈ, ਇਹ ਤੁਹਾਡਾ ਹੁੰਦਾ ਹੈ ਇੰਟੀਗ੍ਰੇਟਡ ਰੇਟ ਲੋ ਫॉर ਜ਼ੀਰੋ ਆਰਡਰ ਰਿਐਕਸ਼ਨ, ਇੰਟੀਗ੍ਰੇਟਡ ਰੇਟ ਲੋ ਫॉर ਜ਼ੀਰੋ ਆਰਡਰ ਰਿਐਕਸ਼ਨ। ਪੁਆਇੰਟ ਕਲੀਅਰ ਹੈ? ਇੱਥੇ ਕੋਈ ਡਾਊਟ? ਇਹਨੂੰ ਯਾਦ ਰੱਖਣਾ ਹੈ, ਪਹਿਲਾਂ ਕਹਿ ਰਿਹਾ ਹਾਂ ਇਹਨੂੰ ਦਿਮਾਗ 'ਚ ਰੱਖ ਲਿਓ ਕਿਉਂਕਿ ਕੁਐਸਚਨ ਸਿੱਧਾ ਸਿੱਧਾ ਆ ਸਕਦਾ ਹੈ। ਇੱਥੇ तक कोई भी अगर डाउट है मैंने पूछ सकते हो, ठीक है। अब पॉइंट क्लियर है। ਹੁਣ ਦੇਖੋ ਇਹ ਤੋਂ ਬੇਸਿਕਲੀ ਕੁਐਸਚਨਸ ਆਉਂਦੇ ਨੇ ਕਈ ਵਾਰ ਗ੍ਰਾਫ ਤੇ, ਹੈ ਨਾ। ਤਾਂ ਦੇਖੋ ਅਗਰ ਤੁਹਾਡਾ ਕਰਵ y ਇਕੁਅਲ ਟੂ mx plus c ਟਾਈਪ ਦਾ ਕਰਵ ਹੈ ਨਾ, ਤਾਂ ਉਹਦਾ ਆਪਾਂ ਇਕੁਏਸ਼ਨ ਕਿੱਦਾਂ ਬਣਾਉਂਦੇ ਹਾਂ, ਦੇਖੋ ਧਿਆਨ ਨਾਲ ਸਮਝਣਾ। ਜੋ ਇੱਥੇ m ਹੁੰਦਾ ਹੈ ਇਹ ਤੁਹਾਡੀ ਕਰਦਾ ਹੈ ਸਲੋਪ, m ਕਾਹਨੂੰ ਰਿਪਰੈਜ਼ੈਂਟ ਕਰਦਾ ਹੈ ਤੁਹਾਡੇ ਸਲੋਪ ਨੂੰ, ਤੇ c ਕਾਹਨੂੰ ਰਿਪਰੈਜ਼ੈਂਟ ਕਰਦਾ ਹੈ ਤੁਹਾਡੇ ਇੰਟਰਸੈਪਟ, ਹੈ ਨਾ। ਹੁਣ ਦੇਖੋ ਜੋ ਤੁਹਾਡੀ ਪਿੱਛੇ ਇਕੁਏਸ਼ਨ ਆਈ ਸੀ ਉਹ ਕੀ ਆਈ ਸੀ ਤੁਹਾਡੀ 80,
ਇਕੁਅਲ ਟੂ ਮਾਈਨਸ kt ਪਲਸ a ਨੋਟ। ਅਗਰ ਤੁਸੀਂ ਗ੍ਰਾਫ y ਇਹਨੂੰ ਲੈ ਰਹੇ ਹੋ ਤੇ t ਨੂੰ ਕੀ ਲੈ ਰਹੇ ਹੋ x, ਤਾਂ ਅਗਰ ਤੁਸੀਂ ਇਹਨੂੰ ਕੰਪੇਅਰ ਕਰੋਗੇ ਤਾਂ m ਕੀ ਆਊਗਾ ਤੁਹਾਡਾ ਮਾਈਨਸ k, ਤੇ ਜੋ ਤੁਹਾਡਾ c ਇੰਟਰਸੈਪਟ ਆ ਰਿਹਾ ਹੈ ਉਹ ਕਿੰਨਾ ਆਉਂਦਾ ਹੈ a ਨੋਟ, ਹੈ ਨਾ। ਤਾਂ ਜੋ ਤੁਹਾਡਾ ਕਰਵ ਆਏਗਾ, ਦੇਖੋ ਦੇਖ ਰਹੇ ਹੋ ਸਲੋਪ ਕੀ ਹੈ ਨੈਗੇਟਿਵ ਹੈ, ਤਾਂ ਸਲੋਪ ਕੀ ਹੁੰਦਾ ਤੁਹਾਡਾ ਆਹ ਵਾਲਾ ਐਂਗਲ ਥੀਟਾ, ਤਾਂ ਆਹ ਕੀ ਆ ਰਹੀ ਹੈ ਨੈਗੇਟਿਵ ਕਰਵ ਆ ਰਹੀ ਹੈ, ਤੇ ਇੰਟਰਸੈਪਟ ਕਿੰਨਾ ਆ ਰਿਹਾ ਹੈ a ਨੋਟ। ਮਤਲਬ ਜੋ ਤੁਹਾਡੀ ਕੰਸੰਟ੍ਰੇਸ਼ਨ ਹੈ ਟਾਈਮ 0 ਤੇ, ਦੇਖੋ ਇਹੀ ਚੀਜ਼ ਦੱਸੀ ਸੀ ਨਾ, ਟਾਈਮ 0 ਤੇ ਕੰਸੰਟ੍ਰੇਸ਼ਨ ਕਿੰਨੀ ਸੀ a ਨੋਟ, ਤਾਂ ਜੋ ਆਹ ਵਾਲਾ ਵੈਲਿਊ ਹੈ ਉਹਨੂੰ ਆਪਾਂ ਬੋਲਦੇ ਹਾਂ ਇੰਟਰਸੈਪਟ। ਤਾਂ a ਨੋਟ ਤੁਹਾਡੀ ਇੰਟਰਸੈਪਟ ਹੈ, ਸਲੋਪ ਕਿੰਨੀ ਹੈ ਤੁਹਾਡੀ ਮਾਈਨਸ k, ਸਲੋਪ ਕੀ ਹੈ ਤੁਹਾਡੀ ਮਾਈਨਸ k, ਤਾਂ ਇਹ ਵੈਲਿਊ ਰਿਪਰੈਜ਼ੈਂਟ ਕਰਦਾ ਹੈ ਮਾਈਨਸ k ਨੂੰ। ਤਾਂ ਜੋ ਤੁਹਾਡਾ ਕਰਵ ਆਉਂਦਾ ਹੈ ਕੰਸੰਟ੍ਰੇਸ਼ਨ ਵਰਸਸ ਟਾਈਮ, ਉਹ ਇਦਾਂ ਦਾ ਕਰਵ ਆਉਂਦਾ ਹੈ। ਇਜ਼ ਇਟ ਕਲੀਅਰ? ਨੈਕਸਟ ਆਉਂਦਾ ਹੈ ਤੁਹਾਡਾ ਹਾਫ ਲਾਈਫ ਪੀਰੀਅਡ। ਹਾਫ ਲਾਈਫ ਤੋਂ ਹੀ ਮਤਲਬ ਕਲੀਅਰ ਹੈ ਕਿ ਜਦੋਂ ਤੁਹਾਡਾ ਅਮਾਉਂਟ ਅੱਧਾ ਰਹਿ ਜੇ, ਜਿੰਨਾ ਸਟਾਰਟਿੰਗ ਦੇ ਵਿੱਚ ਲਿੱਤਾ ਸੀ ਉਸ ਤੋਂ ਜਦੋਂ ਅਮਾਉਂਟ ਅੱਧਾ ਰਹਿ ਜੇ, ਕਿੰਨੇ ਟਾਈਮ 'ਚ ਰਹਿ ਰਿਹਾ ਹੈ ਉਹਨੂੰ ਆਪਾਂ ਬੋਲਦੇ ਹਾਂ ਹਾਫ ਲਾਈਫ ਪੀਰੀਅਡ। ਮਤਲਬ ਜਦੋਂ ਤੁਹਾਡਾ ਟਾਈਮ t ਹਾਫ ਦੇ ਇਕੁਅਲ ਹੋਵੇ ਤੇ ਜਿਹੜੀ ਤੁਹਾਡੀ ਕੰਸੰਟ੍ਰੇਸ਼ਨ ਹੈ ਉਹ ਇਨੀਸ਼ੀਅਲ ਦੇ ਹਾਫ ਹੋ ਜਾਏ। ਸਟਾਰਟਿੰਗ ਤੇ ਮੰਨ ਲਓ ਤੁਸੀਂ 10 ਮੋਲੀਕੂਲ ਲਿੱਤੇ ਹੈ ਹਨਾ, ਅੱਧੇ ਘੰਟੇ ਬਾਅਦ ਉਹ 5 ਰਹਿ ਗਏ, ਤਾਂ ਜੋ ਸਟਾਰਟਿੰਗ ਤੋਂ ਜੋ ਤੁਹਾਡੇ ਮੋਲੀਕੂਲ ਸੀ 10, ਉਹ ਹਾਫ ਮਤਲਬ 5 ਕਿੰਨੇ ਟਾਈਮ ਦੇ ਵਿੱਚ ਰਹੀ, ਉਹਨੂੰ ਆਪਾਂ ਬੋਲਦੇ ਹਾਂ t ਹਾਫ, ਹਾਫ ਲਾਈਫ ਪੀਰੀਅਡ। ਤਾਂ ਮੰਨ ਲਓ ਅਗਰ ਤੁਹਾਡਾ ਮਤਲਬ ਜੋ ਮਤਲਬ ਕੰਸੰਟ੍ਰੇਸ਼ਨ ਹੈ ਉਹ ਹਾਫ t ਹਾਫ ਟਾਈਮ 'ਚ ਹੋ ਜਾਂਦੇ ਨੇ, ਤਾਂ ਜੋ ਤੁਹਾਡੀ ਇਕੁਏਸ਼ਨ ਹੈ at ਇਕੁਅਲ ਟੂ a ਨੋਟ ਮਾਈਨਸ kt, ਇੱਥੇ ਪੁੱਟ ਕਰੋ, ਇੱਥੇ at ਦੀ ਵੈਲਿਊ ਪੁੱਟ ਕਰੋ a ਨੋਟ ਬਾਈ 2 ਇਕੁਅਲ ਟੂ a ਨੋਟ, ਅਤੇ ਪੁੱਟ ਕਰੋ a ਨੋਟ ਬਾਈ 2 ਇਕੁਅਲ ਟੂ a ਨੋਟ ਮਾਈਨਸ k t ਹਾਫ। ਤਾਂ ਅਗਰ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਜੋ ਤੁਹਾਡਾ t ਹਾਫ ਦੀ ਵੈਲਿਊ ਆਏਗੀ ਉਹ ਕਾਹਦੀ ਇਕੁਅਲ ਆਏਗੀ a ਨੋਟ ਬਾਈ 2k, a ਨੋਟ ਬਾਈ 2k। ਤਾਂ ਇੱਥੋਂ ਤੁਹਾਨੂੰ ਕੀ ਪਤਾ ਚੱਲਦਾ ਹੈ ਕਿ ਜੋ ਤੁਹਾਡਾ t ਹਾਫ ਹੈ ਜ਼ੀਰੋ ਆਰਡਰ ਰਿਐਕਸ਼ਨ ਦੇ ਲਈ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਤੁਹਾਡੇ ਕੰਸੰਟ੍ਰੇਸ਼ਨ ਦੀ। ਕਿਉਂ? ਕਿਉਂਕਿ 2 ਵੀ ਤੁਹਾਡਾ ਕਾਂਸਟੈਂਟ ਹੈ ਤੇ k ਵੀ ਕਾਂਸਟੈਂਟ ਹੈ, ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ t ਹਾਫ is directly proportional to the concentration ਵੀ ਕਿਹੜੀ initial concentration of reactant। बहुत ही ज्यादा इंपॉर्टेंट पॉइंट। क्लियर है पॉइंट? टी हाफ का मतलब क्लियर है? टी हाफ का मतलब क्लियर है? ओके। ਨੈਕਸਟ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਫੇਰ ਦੱਸਦਾ ਹਾਂ ਜੋ ਸਭ ਤੋਂ ਵੱਡੀ ਕਨਫਿਊਜ਼ਨ ਰਹਿੰਦੀ ਹੈ, AT ਦਾ ਮਤਲਬ ਕੀ ਹੁੰਦਾ ਹੈ reactant remained after time t, reactant remained after time t, ਮਤਲਬ ਟਾਈਮ ਜਦੋਂ ਤੁਹਾਡਾ 10 ਸੈਕਿੰਡ ਬੀਤ ਗਏ ਉਸ ਤੋਂ ਬਾਅਦ ਕਿੰਨਾ ਬਚ ਗਿਆ ਉਹ ਹੁੰਦਾ AT, ਨਾ ਕਿ ਜਿੰਨਾ ਕੰਜ਼ਿਊਮ ਹੋ ਗਿਆ। ਠੀਕ ਹੈ, ਹੁਣ ਮੰਨ ਲਓ ਅਗਰ ਤੁਹਾਨੂੰ ਟਾਈਮ ਪੁੱਛ ਰਹੇ ਨੇ ਫॉर ਕੰਪਲੀਸ਼ਨ ਆਫ ਰਿਐਕਸ਼ਨ, ਕੰਪਲੀਸ਼ਨ ਦਾ ਮਤਲਬ ਕੀ ਹੈ AT ਕਿੰਨਾ ਹੋਊਗਾ, ਮਤਲਬ ਰਿਐਕਸ਼ਨ ਆਪਾਂ ਨੂੰ ਕਹਿ ਰਹੇ ਨੇ ਕੁਐਸਚਨ ਦੇ ਵਿੱਚ ਰਿਐਕਸ਼ਨ ਖਤਮ ਹੋ ਗਈ, ਤਾਂ ਰਿਐਕਸ਼ਨ ਖਤਮ ਹੋਣ ਦਾ ਮਤਲਬ ਕੀ ਹੈ AT ਕੁਝ ਵੀ ਨਹੀਂ ਬਚਿਆ, AT ਦੀ ਵੈਲਿਊ ਕਿੰਨੀ ਆਊਗੀ 0। पॉइंट क्लियर है या नहीं? रिएक्शन अगर कंप्लीट हो गई ਤਾਂ AT ਕਾਹਨੂੰ ਰਿਪਰੈਜ਼ੈਂਟ ਕਰਦਾ ਹੈ ਕਿੰਨਾ ਬਚ ਗਿਆ ਹੈ ਨਾ, ਤਾਂ AT ਕਿੰਨਾ ਆਏਗਾ 0, ਤਾਂ ਇੱਥੇ AT ਦੀ ਵੈਲਿਊ 0 ਪੁੱਟ ਕਰੋ, ਤਾਂ ਤੁਸੀਂ T ਮਤਲਬ ਜਦੋਂ ਰਿਐਕਸ਼ਨ ਤੁਹਾਡੀ 100% ਕੰਪਲੀਟ ਹੋ ਗਈ ਤਾਂ ਕਾਹਦੀ ਇਕੁਅਲ ਆਏਗੀ ਤੁਹਾਡੇ A ਨੋਟ ਬਾਈ K ਦੇ, A ਨੋਟ ਬਾਈ K ਦੇ। ਤਾਂ ਅਗਰ ਤੁਸੀਂ ਦੋਨਾਂ ਨੂੰ ਉੱਥੇ ਕੰਪੇਅਰ ਕਰੋਗੇ ਤਾਂ ਤੁਹਾਨੂੰ ਕੀ ਪਤਾ ਚੱਲੇਗਾ ਕਿ ਜੋ ਤੁਹਾਡਾ T 100 ਹੈ percent ਉਹ ਕਾਹਦੇ ਇਕੁਅਲ ਹੈ, that is 2 time of T half for zero order reaction, for zero order reaction। point clear है? आ देखो 2 है ना, आ देखो कंपेयर ਇਹਨਾਂ ਨੂੰ ਕੰਪੇਅਰ ਕਰ ਲਓ। नेक्स्ट इंपॉर्टेंट पॉइंट ग्राफिकल रिप्रेजेंटेशन, क्योंकि जो रेट है जीरो ऑर्डर ਦੇ ਲਈ ਕੰਸੈਂਟ੍ਰੇਸ਼ਨ ਤੇ ਡਿਪੈਂਡ ਨਹੀਂ ਕਰਦਾ, ਤਾਂ ਕੰਸੈਂਟ੍ਰੇਸ਼ਨ ਜਿੰਨੀ ਮਰਜ਼ੀ ਵਧਾਈ ਚੱਲੋ ਰੇਟ ਉਨਾ ਹੀ ਰਹਿਣਾ। ठीक है, ਤਾਂ ਕਰਵ ਕਿੰਨੀ ਆਉਂਦੀ ਹੈ ਕਿਉਂਕਿ ਜੋ ਰੇਟ ਹੈ ਸਿਰਫ ਰੇਟ ਕਾਂਸਟੈਂਟ ਤੇ ਡਿਪੈਂਡ ਕਰਦਾ ਹੈ, ਕੰਸੈਂਟ੍ਰੇਸ਼ਨ ਤੇ ਡਿਪੈਂਡ ਨਹੀਂ ਕਰਦਾ। ਠੀਕ ਹੈ, ਸੈਕਿੰਡ ਪੁਆਇੰਟ ਆਉਂਦਾ ਹੈ ਟੀ ਹਾਫ ਤੇ A ਨੋਟ ਦੇ ਵਿੱਚ, ਕਿਉਂਕਿ ਟੀ ਹਾਫ ਤੁਹਾਡਾ A ਨੋਟ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਤਾਂ ਕਰਵ ਕੀ ਆਉਂਦਾ ਹੈ ਤੁਹਾਡੀ ਡਾਇਰੈਕਟਲੀ ਆਉਂਦੀ ਹੈ ਸਟ੍ਰੇਟ ਲਾਈਨ ਆਉਂਦੀ ਹੈ। ਠੀਕ ਹੈ, ਤਾਂ ਤਿੰਨ ਕਰਵਸ ਤੁਹਾਨੂੰ ਮੈਂ ਇਹਦੇ ਵਿੱਚ ਦੱਸੇ ਨੇ ਜ਼ੀਰੋ ਆਰਡਰ ਦੇ ਲਈ, ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਹੈ
ਅਗਰ ਇੱਥੇ ਤੱਕ ਕੋਈ ਡਾਊਟ ਹੈ ਤਾਂ ਮੈਨੂੰ ਪੁੱਛ ਲਓ। ਠੀਕ ਹੈ, ਹੁਣ ਇੱਕ ਚੀਜ਼ ਤੁਹਾਡਾ ਹੋਮਵਰਕ ਹੈ ਕਿ ਤੁਸੀਂ ਫਸਟ ਆਰਡਰ ਦੇ ਲਈ ਨਾ ਇਹ ਚੀਜ਼ਾਂ ਟਰਾਈ ਕਰਨੀਆਂ ਨੇ।